ਭਾਰਤ ਸਰਕਾਰ ਵੱਲੋਂ ਇੰਡੀਆ ਦੇ ਜੋ ਯੂਥ ਹੈਗੇ ਨੇ, ਨੌਜਵਾਨ ਹੈਗੇ ਨੇ, ਮਿਲਟਰੀ ਦੇ ਵਿੱਚ ਸਰਵਿਸ ਕਰਨਾ ਚਾਹੁੰਦੇ ਨੇ, ਉਹਨਾਂ ਦੇ ਵਾਸਤੇ ਇੱਕ ਨਵੀਂ ਸਕੀਮ ਲਿਆਂਦੀ ਗਈ ਹੈ, ਅਗਨੀਪਥ। ਇਸ ਅਗਨੀਪਥ ਸਕੀਮ ਦੇ ਵਿੱਚ ਜਿਹੜਾ ਵੀ ਜੌਬ ਕਰੇਗਾ, ਮਿਲਟਰੀ ਦੇ ਵਿੱਚ ਜਾਏਗਾ, ਤਾਂ ਉਹਨੂੰ ਅਗਨੀਵੀਰ ਦੇ ਨਾਂ ਨਾਲ ਜਾਣਿਆ ਜਾਵੇਗਾ। ਪਰੰਤੂ ਜਿਸ ਦਿਨ ਤੋਂ ਇਹ ਸਕੀਮ ਲਾਗੂ ਕੀਤੀ ਗਈ ਹੈ ਤਾਂ ਜੋ ਯੂਥ ਹੈਗੀ ਹੈ ਇੰਡੀਆ ਦੀ, ਉਹਦੇ ਵਿੱਚ ਬਹੁਤ ਵੱਡਾ ਪ੍ਰੋਟੈਸਟ ਦੇਖਣ ਨੂੰ ਮਿਲ ਰਿਹਾ ਹੈਗਾ। ਕਈ ਥਾਵਾਂ ਦੇ ਉੱਤੇ ਸਾੜ ਫੂਕ ਹੋਈ ਹੈ, ਕਈ ਥਾਵਾਂ ਦੇ ਉੱਤੇ ਟ੍ਰੇਨਸ ਨੂੰ ਅੱਗ ਲਗਾ ਦਿੱਤੀ ਗਈ ਹੈ, ਪਬਲਿਕ ਪ੍ਰੋਪਰਟੀ ਦਾ ਬਹੁਤ ਵੱਡਾ ਨੁਕਸਾਨ ਕੀਤਾ ਗਿਆ ਹੈਗਾ। ਅਤੇ ਜਿਹੜੀ ਯੂਥ ਹੈਗੀ ਆ, ਉਹਨਾਂ ਨੇ ਅੱਜ ਪੂਰੇ ਭਾਰਤ ਬੰਦ ਦਾ ਐਲਾਨ ਵੀ ਕੀਤਾ ਸੀਗਾ ਸਰਕਾਰ ਦੇ ਖਿਲਾਫ ਜਾ ਕੇ। ਪਰੰਤੂ ਸਰਕਾਰ ਵੱਲੋਂ ਸਾਫ਼ ਤੌਰ 'ਤੇ ਕਹਿ ਦਿੱਤਾ ਗਿਆ ਕਿ ਇਹ ਜਿਹੜੀ ਯੋਜਨਾ ਹੈਗੀ ਹੈ, ਇਹ ਸਕੀਮ ਵਾਪਸ ਨਹੀਂ ਲੱਤੀ ਜਾਵੇਗੀ। ਜਦੋਂ ਕਿ ਇਸ ਸਕੀਮ ਦੇ ਬਾਰੇ ਆਪਾਂ ਗੱਲ ਕਰੀਏ ਕਿ ਇਹਦੇ ਕਰੈਕਟਰਿਸਟਿਕਸ ਕੀ ਹੈਗੇ ਨੇ, ਤਾਂ ਇਹ ਸਕੀਮ 17 ਸਾਲ ਤੋਂ 21 ਸਾਲ ਦੇ ਨੌਜਵਾਨਾਂ ਵਾਸਤੇ ਲਿਆਂਦੀ ਗਈ ਹੈ। 4 ਸਾਲ ਵਾਸਤੇ ਉਹਨਾਂ ਨੂੰ ਮਿਲਟਰੀ ਦੇ ਵਿੱਚ ਸਰਵਿਸ ਦਿੱਤੀ ਜਾਵੇਗੀ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਉਹਨਾਂ ਨੂੰ ਪਰਗੁਜ਼ਿਟ ਅਲਾਊਂਸਿਸ ਜਾਂ ਗ੍ਰੈਚੁਟੀ ਨਹੀਂ ਮਿਲੇਗੀ। 4 ਸਾਲ ਬਾਅਦ ਜਦੋਂ ਉਹਨਾਂ ਨੂੰ ਰਿਟਾਇਰ ਕੀਤਾ ਜਾਵੇਗਾ ਤਾਂ ਉਹਨਾਂ ਦੀ ਉਮਰ 21 ਸਾਲ ਹੋਵੇਗੀ ਅਤੇ 11 ਲੱਖ ਰੁਪਈਆ ਉਹਨਾਂ ਨੂੰ ਉੱਕਾ ਪੁੱਕਾ ਦਿੱਤਾ ਜਾਵੇਗਾ ਵਿਦਆਊਟ ਕਿਸੇ ਵੀ ਟੈਕਸ ਡਿਡਕਸ਼ਨ ਤੋਂ। ਅਤੇ ਇਹ ਜਾਣ ਕੇ ਜੋ ਯੂਥ ਸੀਗੇ ਉਹ ਸਾਰੇ ਸੜਕਾਂ ਦੇ ਉੱਤੇ ਆ ਚੁੱਕੇ ਨੇ ਅਤੇ ਸਰਕਾਰ ਦੇ ਖਿਲਾਫ ਚੱਲ ਰਹੇ ਨੇ। ਇਸ ਬਾਰੇ ਗੱਲ ਕਰਨ ਵਾਸਤੇ ਮੇਰੇ ਨਾਲ ਇਸ ਵਕਤ ਕਰਨਲ SS ਸੋਹੀ ਮੌਜੂਦ ਹੈਗੇ ਨੇ, ਜਿਨ੍ਹਾਂ ਨੇ 30 ਸਾਲ ਮਿਲਟਰੀ ਦੇ ਵਿੱਚ ਸਰਵਿਸ ਕੀਤੀ ਹੈ ਅਤੇ ਕਾਫੀ ਵੱਡਾ ਚੌੜਾ ਲੰਬਾ ਚੌੜਾ ਐਕਸਪੀਰੀਅੰਸ ਹੈਗਾ ਉਹਨਾਂ ਦਾ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਜੋ ਸਕੀਮ ਹੈਗੀ ਹੈ, ਇਹ ਵਾਕਈ ਹੀ ਯੂਥ ਦੇ ਖਿਲਾਫ ਹੈ ਕਿ ਜਾਂ ਫਿਰ ਯੂਥ ਨੂੰ ਇੱਕ ਭੜਕਾਇਆ ਗਿਆ ਹੈਗਾ। ਸੋਹੀ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਜੀ। ਸੋਹੀ ਸਾਹਿਬ, ਜਦੋਂ ਵੀ ਕਦੇ ਮਿਲਟਰੀ ਦੇ ਵਿੱਚ ਗੱਲ ਚੱਲਦੀ ਹੈਗੀ ਹੈ ਜੌਬ ਕਰਨ ਦੀ, ਤਾਂ ਲੋਕਾਂ ਦੇ ਵਿੱਚ ਸਭ ਤੋਂ ਪਹਿਲਾਂ ਇਹ ਆਉਂਦਾ ਕਿ ਉੱਥੇ ਅਸੀਂ ਕਮਿਸ਼ਨਡ ਜੌਬ ਕਰੀਏ। ਜਿਸ ਤਰ੍ਹਾਂ ਕਿ ਲੈਫਟੀਨੈਂਟ ਹੋ ਗਏ, ਫਸਟ ਲੈਫਟੀਨੈਂਟ ਜਾਂ ਸੈਕਿੰਡ ਲੈਫਟੀਨੈਂਟ ਦੀ ਭਰਤੀ ਹੁੰਦੀ ਸੀ। ਪਰੰਤੂ ਜਿਹੜੇ ਅਗਨੀਵੀਰਾਂ ਦੀ ਹੁਣ ਆਪਾਂ ਗੱਲ ਕਰ ਰਹੇ ਹਾਂ, ਅਗਨੀਵੀਰਾਂ ਵਾਸਤੇ ਇਹੋ ਜਿਹਾ ਕੋਈ ਵੀ ਲਫ਼ਜ਼ ਨਹੀਂ ਵਰਤਿਆ ਜਾ ਰਿਹਾ ਕਮਿਸ਼ਨਡ ਦਾ। ਇਹਦਾ ਮਤਲਬ ਜਿਹੜੀ ਇਹਨਾਂ ਦੀ ਜੌਬ ਹੈ ਉਹ ਇੱਕ ਸਪੈਸੀਫਿਕ ਪੀਰੀਅਡ ਵਾਸਤੇ ਹੋਵੇਗੀ। ਤਾਂ ਕੀ ਇਹਨਾਂ ਕੋਲ ਜੋ ਐਕਸ ਸਰਵਿਸਮੈਨ ਦਾ ਇੱਕ ਅਹੁਦਾ ਵਾਪਸ ਆਉਂਦੇ ਹੋਏ ਹੁੰਦਾ ਹੈ ਇੱਕ ਮਿਲਟਰੀ ਮੈਨ ਦੇ ਕੋਲ, ਉਹ ਸਾਰਾ ਕੁਛ ਇਹਨਾਂ ਦੇ ਕੋਲ ਹੋਵੇਗਾ ਜੋ ਕਿ ਸਰਕਾਰ ਵੱਲੋਂ ਇਹਨਾਂ ਨੂੰ ਦੱਸਿਆ ਜਾ ਰਿਹਾ? ਇਹ ਸਭ ਤੋਂ ਪਹਿਲਾਂ ਜੀ ਇਹ ਬੜੀ ਇੱਕ ਪ੍ਰੋਫੈਸ਼ਨਲ ਅਪਰੋਚ ਹੈ। ਆਰਮੀ ਦੇ ਵਿੱਚ ਇਸ ਵੇਲੇ ਕਾਫੀ ਮੈਨ ਪਾਵਰ ਸ਼ਾਰਟੇਜ ਹੈ। ਜਿਵੇਂ ਕਿ ਆ ਪਿਛਲੇ 2-3 ਸਾਲ ਤੋਂ ਤੇ ਭਰਤੀ ਹੋਈ ਨਹੀਂ ਹੈ, ਔਰ ਹਰ ਸਾਲ 60,000 ਦੇ ਨੇੜੇ ਤੇੜੇ ਸੋਲਜਰ ਜਿਹੜੇ ਨੇ ਰਿਟਾਇਰ ਹੋ ਰਹੇ ਨੇ। ਅਤੇ ਉਸ ਸ਼ਾਰਟਫਾਲ ਨੂੰ ਕਵਰ ਅਪ ਕਰਨ ਲਈ ਇਹਨਾਂ ਨੇ ਰਿਕਰੂਟਮੈਂਟ ਨਹੀਂ ਕੀਤੀ ਜਿਹੜੀ ਪਿਛਲੀ ਹੋ ਹੀ ਜਾ ਰਹੀ ਸੀ। ਕੁਝ ਇਹਨਾਂ ਨੇ ਜਾਣਬੁੱਝ ਕੇ ਨਹੀਂ ਕੀਤੀ ਕਿ ਗੌਰਮੈਂਟ ਜਿਹੜੀ ਆਪਣਾ ਖਰਚਾ ਘਟਾਈ ਜਾ ਰਹੀ ਹੈ ਡਿਫੈਂਸ 'ਤੇ। ਅਸੀਂ ਦੇਖ ਰਹੇ ਹਾਂ ਬਹੁਤ ਸਾਲਾਂ ਤੋਂ ਇਹ ਗੌਰਮੈਂਟ ਖਰਚਾ ਇਹਦੇ 'ਤੇ ਡਿਫੈਂਸ 'ਤੇ ਘਟਾਈ ਜਾ ਰਹੀ ਹੈ। ਉਹ ਜਿਹਦਾ ਰਿਜ਼ਲਟ ਇਹ ਹੋ ਰਿਹਾ ਕਿ ਬਾਰਡਰ 'ਤੇ ਬੰਦੇ ਘੱਟ ਜਾ ਰਹੇ ਨੇ ਸਾਡੇ। ਔਰ ਬਹੁਤ ਲੋਕੀ ਤੇ ਹੁਣ ਜਿਵੇਂ ਆ ਕੰਡੀਸ਼ਨਾਂ ਲਾ ਦਿੱਤੀਆਂ ਨੇ, ਨਵੇਂ ਜਿਹੜੇ ਹੁਣ ਯੰਗਸਟਰ ਨੇ ਉਹ ਤਾਂ ਜਾਣ ਨੂੰ ਤਿਆਰ ਹੀ ਨਹੀਂ। ਉਹ ਕਹਿੰਦੇ 4 ਸਾਲ ਲਈ ਅਸੀਂ ਕੀ ਕਰਾਂਗੇ ਜਾ ਕੇ। ਹੁਣ 4 ਸਾਲ ਨੌਕਰੀ ਕਰਕੇ ਆਓ ਤੁਸੀਂ, 4 ਸਾਲ 'ਚ ਤਾਂ ਸੋਲਜਰ ਵੀ ਨਹੀਂ ਬਣਦਾ। 6 ਮਹੀਨੇ ਟ੍ਰੇਨਿੰਗ ਕਰਕੇ ਉਹਨੂੰ ਜ਼ਬਰਦਸਤੀ ਫਟਾਫਟ ਭੇਜ ਦੇਣਗੇ, ਜਾਓ ਵੀ ਜਾਓ, ਉੱਥੇ ਸਭ ਠੀਕ ਹੋ ਜਾਂਦਾ ਹੈ। ਇਹ ਆਰਮੀ ਜਿਹੜੀ ਜੌਬ ਹੈ ਇਹ ਕੋਈ ਆਮ ਨੌਕਰੀ ਨਹੀਂ ਹੈਗੀ ਕਿ ਤੁਸੀਂ ਚਿੱਟੇ ਕੱਪੜੇ ਪਾਏ ਅਤੇ ਜਾ ਵੜੇ ਦਫ਼ਤਰ ਬਹਿ ਬੂ ਕੇ ਅਤੇ ਗੱਪਾਂ ਮਾਰ ਕੇ ਸ਼ਾਮ ਨੂੰ 5 ਵਜੇ ਘਰ। ਉਹ 24 ਘੰਟੇ ਦੀ ਡਿਊਟੀ ਹੈ ਤੁਹਾਡੀ, ਔਰ ਤੁਸੀਂ ਉੱਥੇ ਹੀ ਰਹਿਣਾ ਹੁੰਦਾ ਹੈ ਬਾਰਡਰ 'ਤੇ ਹੀ ਜਾਂ ਜਿੱਥੇ ਵੀ ਤੁਹਾਡੀ ਨੌਕਰੀ ਲੱਗਦੀ ਹੈ। ਔਰ ਇਹ ਬੜੀ ਇੱਕ ਪ੍ਰੋਫੈਸ਼ਨਲ ਟ੍ਰੇਨਿੰਗ ਹੁੰਦੀ ਹੈ। ਤੁਸੀਂ ਆਪਣੇ ਹਾਈਲੀ ਟ੍ਰੇਨਡ ਐਨਮੀ ਜਿਹੜਾ ਤੁਹਾਡਾ, ਉਹਦੇ ਨਾਲ ਤੁਸੀਂ ਜੂਝਣਾ ਹੁੰਦਾ ਹੈ। ਅਤੇ ਉਹਨਾਂ 'ਚੋਂ ਜਿਹੜਾ ਅੱਛਾ ਟ੍ਰੇਨਡ ਹੋਏਗਾ, ਅੱਛਾ ਮੋਟੀਵੇਟਡ ਹੋਏਗਾ, ਉਹ ਜਿੱਤ ਪਾ ਲਏਗਾ ਦੂਜੇ 'ਤੇ। ਅਤੇ ਅਸੀਂ ਬਾਰਡਰ 'ਤੇ ਕੋਈ ਮਾਰ ਖਾਣ ਲਈ ਤਾਂ ਬੈਠੇ ਨਹੀਂ। ਅਸੀਂ ਪੂਰੀ ਟ੍ਰੇਨਿੰਗ ਕਰ ਰਹੇ ਹਾਂ, ਜਵਾਨਾਂ ਨੂੰ ਮੋਟੀਵੇਟ ਕਰ ਰਹੇ ਹਾਂ, ਅੱਛੇ ਤੋਂ ਅੱਛੇ ਹਥਿਆਰ ਟ੍ਰੇਨਿੰਗ ਸਭ ਕੁਝ ਦੇ ਰਹੇ ਹਾਂ। ਪਰ ਜਿਵੇਂ ਅਗਨੀਪਥ ਵਾਲੇ ਆ ਜਾਣਗੇ ਕੱਲ੍ਹ ਨੂੰ, ਅਤੇ ਇਹ ਉੱਥੇ ਤਾਂ ਇਹਨਾਂ ਨੇ ਤਾਂ ਕੁਝ ਕੰਮ ਨਹੀਂ ਕਰਕੇ ਵਿਖਾਉਣਾ। ਕਿਉਂਕਿ ਦੇਖੋ 75% ਇਹਨਾਂ ਨੂੰ ਇਹ ਪਤਾ ਹੈ ਕਿ ਅਸੀਂ ਘਰ ਚਲੇ ਜਾਣਾ ਹੈ ਅਤੇ ਇਸ ਤੋਂ ਬਾਅਦ ਜਾ ਕੇ ਫਿਰ ਕੋਈ ਨੌਕਰੀ ਲੱਭਣੀ ਹੈ। ਉਹ ਪਹਿਲੀ ਗੱਲ ਤਾਂ ਉਹ ਫੌਜ ਦੇ ਵਿੱਚ ਆਪਣਾ ਉਹ ਪੂਰਾ ਜਿਹੜਾ ਤਨ ਮਨ ਹੁੰਦਾ ਹੈ ਨਾ, ਉਹ ਨਹੀਂ ਲਾਏਗਾ। ਜਿਵੇਂ ਕੰਮ ਚਲਾਓ ਜਾਂ ਕਰੋ ਜੀ, ਆਪ ਬਚ ਬੁੱਝ ਕੇ ਕਿਤੇ ਸੱਟ ਫੇਟ ਨਾ ਲੱਗ ਜਾਏ, ਸੁੱਖੀ ਸੰਦੀ ਘਰ ਪਹੁੰਚ ਜਾਓ ਜੀ ਵਾਪਸ। ਉਹਨਾਂ ਦਾ ਮੇਨ ਟੀਚਾ ਇਹੋ ਹੀ ਆਉਂਦਾ ਹੈ। ਉਸ ਤੋਂ ਬਾਅਦ ਉਹਨਾਂ ਨੂੰ ਸਰਟੀਫਿਕੇਟ ਮਿਲੇਗਾ ਭਰਤੀ ਹੋਣ ਲਈ। ਜਿਹੜੇ ਅੱਜ ਤੱਕ ਮੈਂ ਤਾਂ ਦੇਖ ਰਿਹਾ ਨਾ, ਪਿਛਲੇ ਤਕਰੀਬਨ ਮੈਨੂੰ 30 ਸਾਲ ਹੋ ਚੱਲੇ ਨੇ ਰਿਟਾਇਰ ਹੋਇਆਂ ਨੂੰ, ਔਰ ਉਹਦੇ ਵਿੱਚ ਮੈਂ ਦੇਖ ਰਿਹਾ ਕਿ ਸਾਡੇ ਹੁਣ ਪੰਜਾਬ 'ਚ 13% ਰਿਜ਼ਰਵ ਕੋਟਾ ਹੈ। ਗੌਰਮੈਂਟ ਕਹੀ ਜਾ ਰਹੀ ਹੈ ਇਹਨਾਂ ਨੂੰ ਇਹ ਰਿਜ਼ਰਵੇਸ਼ਨ ਦਿਆਂਗੇ, ਉਹ ਦਿਆਂਗੇ,
ਪੰਜਾਬ 'ਚ 13% ਸੈਨਿਕਾਂ ਲਈ ਰਿਜ਼ਰਵ ਕੋਟਾ ਹੈ ਐਕਸ ਸਰਵਿਸਮੈਨਾਂ ਲਈ, ਔਰ ਉਹਦੇ ਚੋਂ 1.5% ਤੋਂ ਜ਼ਿਆਦਾ ਐਕਸ ਸਰਵਿਸਮੈਨਾਂ ਨੂੰ ਨੌਕਰੀ ਨਹੀਂ ਮਿਲੀ ਅੱਜ ਤੱਕ। ਮੈਂ ਦੇਖਣ ਡਿਆ ਇਹ 10% ਆਪਣੀ ਕਦੋਂ ਪੂਰੀ ਕਰ ਲੈਣਗੇ, ਉਹ ਕੌਣ ਕਰੇਗਾ? ਇਹ ਸਭ ਦੇਖੋ ਇੱਕ ਸ਼ੋਸ਼ਾ ਹੈ। ਗੌਰਮੈਂਟ ਨੂੰ ਨੌਕਰੀ ਦੇਣ ਦੀ ਬਜਾਏ ਇਹੋ ਜਿਹੇ ਕੋਈ ਸ਼ੋਸ਼ੇ ਬਣਾ ਦਿੰਦੀ, ਖੜੇ ਕਰ ਦਿੰਦੀ ਹੈ ਤਾਂ ਕਿ ਲੋਕੀ ਉਧਰ ਉਹਨਾਂ ਦਾ ਧਿਆਨ ਰਵੇ। ਹੁਣ ਨੌਕਰੀ ਤੇ ਇੱਕ ਜੌਬ ਹੈ, ਹੋਰ ਵੀ 50 ਕੰਮ ਨੇ ਆਪਣੇ ਦੇਸ਼ ਦੇ ਵਿੱਚ ਜਿਹੜੇ ਅੱਛੀ ਤਰ੍ਹਾਂ ਚੱਲਣੇ ਚਾਹੀਦੇ ਨੇ। ਕੋਈ ਚੱਲ ਰਿਹਾ, ਕੋਈ ਨਹੀਂ ਚੱਲ ਰਿਹਾ ਲੋਕਾਂ ਨੂੰ, ਤਾਂ ਕਿ ਉਧਰ ਧਿਆਨ ਹੀ ਨਾ ਜਾਏ। ਇਹਦੇ ਰੌਲਿਆਂ 'ਚ ਪਾਈ ਰੱਖੋ। ਕਦੀ ਇਹਨਾਂ ਨੂੰ ਮੰਦਰ ਮਸਜਿਦ 'ਚ ਵਾੜ ਦਿਓ, ਕਦੀ ਉੱਥੇ ਬਲਡੋਜ਼ਰ 'ਚ ਲੈ ਜਾਓ, ਕਦੀ ਹੋਰ ਦੂਜੀ ਤੀਜੀ ਪੁੱਠੇ ਸਿੱਧੀਆਂ ਇਹੋ ਜਿਹੀਆਂ ਸਕੀਮਾਂ ਕੱਢਦੇ ਰਹੋ, ਲੜਾਈ ਝਗੜੇ ਜੇ, ਤਾਂ ਕਿ ਲੋਕਾਂ ਨੂੰ ਪਤਾ ਨਹੀਂ ਲੱਗੇ ਵੀ ਹੋ ਕੀ ਰਿਹਾ ਕੰਮ। ਤੇ ਇਹ ਹੁਣ ਆ ਜਿਹੜੀ ਨੌਕਰੀ ਦੇਣ ਦੀ ਗੱਲ ਆ ਰਹੀ ਹੈ, ਇੱਕ ਬੜਾ ਵੱਡਾ ਇਹ ਮੇਜਰ ਕੰਮ ਹੈ ਸਰਕਾਰ ਦਾ, ਆਪਣੇ ਲੋਕਾਂ ਨੂੰ ਨੌਕਰੀ ਦੇਣਾ। ਔਰ ਤੁਸੀਂ ਨੌਕਰੀ ਨਹੀਂ ਦੇ ਪਾਓਗੇ ਤਾਂ ਹੋਰ ਤੁਸੀਂ ਕਰੋਗੇ ਕੀ? ਸੋਈ ਸਾਹਿਬ, ਮੇਰਾ ਇੱਕ ਸਵਾਲ ਹੈਗਾ ਨਾਲ ਜੁੜਿਆ ਹੋਇਆ ਕਿ ਜਦੋਂ ਵੀ ਕੋਈ ਮਿਲਟਰੀ ਦੇ ਵਿੱਚ ਜਾਂਦਾ ਹੈ ਤਾਂ ਉਹ ਦੇਸ਼ ਸੇਵਾ ਦਾ ਇੱਕ ਪਹਿਲਾ ਫਰਜ਼ ਹੁੰਦਾ ਉਹਦਾ ਕਿ ਸ਼ਾਇਦ ਜਾਨ ਵੀ ਦੇਣੀ ਪੈ ਸਕਦੀ ਹੈ, ਅਤੇ ਉਹਦੇ ਪਿੱਛੇ ਜਿਹੜੇ ਮਿਲਟਰੀ ਦੇ ਵਿੱਚ ਲੋਕ ਜਾਂਦੇ ਨੇ ਉਹਨਾਂ ਨੂੰ ਇੱਕ ਸਹਾਰਾ ਹੁੰਦਾ ਹੈਗਾ ਪਿੱਛੇ ਕਿ ਜੇ ਸਾਡੀ ਜਾਨ ਦੇਸ਼ ਦੇ ਕੰਮ ਆ ਗਈ ਤਾਂ ਪਿੱਛੇ ਮੇਰੇ ਪਰਿਵਾਰ ਨੂੰ ਸਾਂਭਣ ਵਾਸਤੇ ਗ੍ਰੈਚੁਟੀ ਹੈਗੀ ਹੈ, ਪੈਨਸ਼ਨ ਹੈਗੀ ਹੈ, ਜਾਂ ਉਹਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਨੌਕਰੀ ਮਿਲੇਗੀ, ਜਾਂ ਰਾਸ਼ਨ ਵੀ ਇੱਕ ਸੈਲਫ ਉਹਦੇ 'ਤੇ ਮਿਲੇਗਾ। ਇਹ ਸਾਰੀਆਂ ਚੀਜ਼ਾਂ ਦੇਖ ਕੇ ਜਾਂਦਾ ਹੈ। ਪਰੰਤੂ ਜਦੋਂ ਇੱਕ ਇਹੋ ਜਿਹਾ ਬੰਦਾ ਜਾਂਦਾ ਜਿਹਨੂੰ ਪਤਾ ਵੀ ਮੈਨੂੰ ਕੁਝ ਨਹੀਂ ਮਿਲਣਾ ਹੈਗਾ ਅਤੇ 30,000 ਮੇਰੀ ਸੈਲਰੀ ਹੈਗੀ ਹੈ, ਕੀ ਉਹ ਸੈਲਫ ਸੈਂਟਰਡ ਹੋ ਕੇ ਦੇਸ਼ ਦੀ ਰਕਸ਼ਾ ਕਰ ਲਏਗਾ? ਪਹਿਲੀ ਗੱਲ ਤਾਂ ਜੀ ਉਹਦਾ ਮੋਟੀਵੇਸ਼ਨ ਜਿਹੜਾ ਲੈਵਲ ਹੈ ਉਹ ਹੀ ਜ਼ੀਰੋ ਹੈ। ਹੁਣ ਆਰਮੀ 'ਚ ਮੋਟੀਵੇਸ਼ਨ ਜਿਹੜਾ ਤੁਹਾਡਾ ਬੜੇ ਹਾਈ ਲੈਵਲ ਦਾ ਹੁੰਦਾ ਹੈ, ਬੜੇ ਹਾਈ ਲੈਵਲ ਦੀ ਟ੍ਰੇਨਿੰਗ ਹੁੰਦੀ ਹੈ, ਵੈਪਨ ਟ੍ਰੇਨਿੰਗ, ਮਿਲਟਰੀ ਟ੍ਰੇਨਿੰਗ, ਹਰ ਚੀਜ਼। ਔਰ ਬੰਦਾ ਮੋਟੀਵੇਟ ਹੀ ਨਹੀਂ ਹੋਏਗਾ ਤੇ ਉਹਨੇ ਉੱਥੇ ਲੜਾਈ ਕੀ ਕਰਨੀ, ਜ਼ਿੰਮੇਵਾਰੀ ਕੀ ਸੰਭਾਲਣੀ ਹੈ? ਉਹ ਤਾਂ ਆਪਣਾ ਪਿੱਛੇ ਹੀ ਵੇਖੇਗਾ ਕਿ ਮੈਂ ਤਾਂ 3 ਸਾਲਾਂ ਬਾਅਦ ਘਰ ਚਲੇ ਜਾਣਾ, ਤੇ ਉਹ ਆਪਣੇ ਪਹਿਲਾਂ ਤੋਂ ਸੋਚਣ ਲੱਗ ਜਾਏਗਾ ਜੀ ਮੈਂ ਉੱਥੇ ਕਿਵੇਂ ਕਰਨਾ, ਇਹ ਹੈ ਉਹ ਹੈ ਆਪਣੀ ਉਹਦੀ। ਕਿਉਂਕਿ ਆਰਮੀ ਦੇ ਵਿੱਚ ਸਿਰਫ ਫਾਈਟਿੰਗ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਬਾਰਡਰ ਵਾਸਤੇ। ਉਹ ਇਹ ਨਹੀਂ ਕਿ ਦੂਜੇ ਤੀਜਾ ਕੰਮਾਂ ਦੀ ਟ੍ਰੇਨਿੰਗ ਦਿਓ ਕਿ ਜਾ ਕੇ ਘਰ ਉੱਥੇ ਦਫ਼ਤਰ ਸੰਭਾਲ ਲਏਗਾ ਕੋਈ। ਔਰ ਇਹਦੇ ਵਾਸਤੇ ਦੇਖੋ ਹੁਣ ਜਿਹੜਾ 4 ਸਾਲਾਂ ਬਾਅਦ ਆ ਜਾਏਗਾ, ਉਹਦੇ ਕੋਲ ਸਟੇਟਸ ਜਿਹੜਾ ਹੈ ਐਕਸ ਸਰਵਿਸਮੈਨ ਦਾ ਨਹੀਂ ਮਿਲਣਾ, ਉਹਨੂੰ ਕੋਈ ਐਕਸ ਸਰਵਿਸਮੈਨ ਦੀ ਸਹੂਲਤ ਨਹੀਂ ਮਿਲੇਗੀ। ਐਕਸ ਸਰਵਿਸਮੈਨ ਦਾ ਕੋਟਾ, ਨੌਕਰੀ, ਕੰਟੀਨ ਦੀ ਸਹੂਲਤ ਜਾਂ ਹੋਰ ਜਿੰਨੀਆਂ ਵੀ ਕੰਸੈਸ਼ਨ ਹੁੰਦੇ ਨੇ ਕਿਸੇ ਤਰੀਕੇ ਨਾਲ ਸਰਕਾਰ ਨੇ ਰੱਖੇ ਹੁੰਦੇ ਨੇ, ਉਹ ਇਹਨਾਂ ਨੂੰ ਕੋਈ ਨਹੀਂ ਮਿਲਣਾ। ਹੁਣ ਇਹ ਕਹਿ ਤੇ ਰਹੇ ਨੇ ਆਪਣੇ ਸਰਕਾਰ ਕਿ ਉਹਨਾਂ ਨੂੰ 10% ਕੋਟਾ ਦਿਆਂਗੇ ਅਲਟੀਮੇਟਲੀ। ਹੁਣ ਦੇਖੋ ਬਹੁਤ ਸਾਰੇ ਬੀਜੇਪੀ ਨੇਤਾ ਬੋਲਣ ਵੀ ਲੱਗ ਗਏ ਨੇ ਕਿ ਇਹਨਾਂ ਨੂੰ ਜੀ ਅਸੀਂ ਸਿਕਿਉਰਿਟੀ ਮੈਨ ਰੱਖ ਲਾਂਗੇ। ਇਹਦਾ ਮਤਲਬ ਇਨਡਾਇਰੈਕਟਲੀ ਉਹ ਦੱਸ ਰਹੇ ਨੇ ਕਿ ਅਸੀਂ ਟ੍ਰੇਨਡ ਕਰ ਰਹੇ ਹਾਂ ਆਪਣੇ ਵਾਸਤੇ, RSS ਕਾਡਰ ਤਿਆਰ ਕਰ ਰਹੇ ਨੇ। ਇਹਦਾ ਮਤਲਬ ਸੋਈ ਸਾਹਿਬ, 17 ਸਾਲ ਦੀ ਉਮਰ ਤੋਂ ਇਹ ਰੱਖੀ ਸੀ ਇਹਨਾਂ ਨੇ, 21 ਸਾਲ ਤੱਕ ਮਤਲਬ ਤੁਸੀਂ ਜੌਬ ਕਰਨੀ ਹੈ, ਜਾਂ ਹੁਣ 23 ਸਾਲ ਵਧਾਤੀ ਹੈਗੀ ਹੈ। ਮਤਲਬ ਜਦੋਂ ਚੜ੍ਹਦੀ ਜਵਾਨੀ ਹੁੰਦੀ ਹੈ 21 ਜਾਂ 23 ਸਾਲ ਦੇ ਵਿੱਚ ਉਹ ਬੰਦਾ ਵਾਪਸ ਆ ਜਾਏਗਾ ਐਕਸ ਮਿਲਟਰੀ ਮੈਨ ਹੋ ਕੇ, ਅਤੇ ਮੁੜ ਕੇ ਫਿਰ ਉਹ ਲਾਈਨਾਂ ਦੇ ਵਿੱਚ ਲੱਗਦਾ ਫਿਰੇਗਾ ਨਵੀਂ ਜੌਬ ਵਾਸਤੇ, ਅਤੇ ਉਹਦੇ ਕੋਲ ਕੋਈ ਪੈਨਸ਼ਨ ਵੀ ਨਹੀਂ ਹੋਏਗੀ, ਸਿਰਫ 11 ਲੱਖ ਰੁਪਈਆ ਹੋਵੇਗਾ। ਦੇਖੋ ਜੀ 11 ਲੱਖ ਪਹਿਲੀ ਗੱਲ ਹੈ, ਮਿੰਟ ਲੱਗਦਾ ਉੱਡਣ 'ਚ, ਕਿੰਨਿਆਂ ਕੁ ਦਿਨ ਕੱਢਣਗੇ? ਜਦੋਂ ਜੇਬ 'ਚ ਪੈਸਾ ਹੋਏ ਨਾ, ਉਹ ਮਿੰਟਾਂ 'ਚ ਉੱਡਣਾ ਸ਼ੁਰੂ ਹੋ ਜਾਂਦਾ ਹੈ। ਉਹ ਘਰ ਆਇਆ ਜੀ, ਉਹ ਮਾਂ ਪਿਓ ਕਹਿਣਗੇ ਉਹ ਛੱਤ ਲੀਕ ਕਰਨ ਡਿਆ ਯਾਰ, ਛੱਤ ਚੇਂਜ ਕਰਾ ਹਾਂ, ਉਹ ਇੱਥੇ ਹੀ ਪੈਸਾ ਉੱਡ ਜਾਣਾ ਥੋੜ੍ਹੇ ਦਿਨਾਂ 'ਚ ਹੀ। ਸਾਲ 2 ਸਾਲ ਬੜੀ ਹੱਦ ਹੈ। ਉਹਨੇ ਚਿਰ 'ਚ ਕੋਈ ਨੌਕਰੀ ਮਿਲ ਗਈ ਤਾਂ ਠੀਕ ਹੈ, ਕਿਉਂਕਿ ਇਹ ਇੱਕ ਨੌਨ ਐਕਸ ਸਰਵਿਸਮੈਨ, ਇਹਨੂੰ ਸਿਰਫ ਫੌਜੀ ਕਹਿਣਗੇ, ਕਿਸੇ ਨਹੀਂ ਕਹਿਣਾ ਕਿ ਅਗਨੀਵੀਰ ਅਗਨੀਤੀਰ ਹੈ। ਇਹ ਸਾਰਿਆਂ ਨੇ ਕਹਿਣਾ ਇਹ ਫੌਜੀ ਆ ਗਿਆ ਜੀ, ਇਹ ਹੋਰ ਕਿਸੇ ਕੰਮ ਲਈ ਫਿੱਟ ਨਹੀਂ, ਸਿਕਿਉਰਿਟੀ ਦੇ ਕੰਮ ਲਈ ਇਹਨੂੰ ਲਾ ਦਿਓ। ਸਿਕਿਉਰਿਟੀ ਹੁਣ ਕਿੰਨਿਆਂ ਨੂੰ, ਜਿਹੜੇ ਪਹਿਲੇ ਨੇ ਸਾਡੇ ਸੂਬੇਦਾਰ, ਆਨਰੇਰੀ ਕੈਪਟਨ, JCO ਜਿਹੜੇ ਨੇ, ਉਹ ਸਿਕਿਉਰਿਟੀ ਡਿਊਟੀ 'ਤੇ ਖੜੇ ਹੁੰਦੇ ਨੇ। ਆ ਤੁਸੀਂ ਮੋਹਾਲੀ 'ਚ ਦੇਖ ਲਓ, ਇੰਨੀਆਂ ਇੰਡਸਟਰੀਅਲ ਏਰੀਆ ਨੇ, ਚਲੇ ਜਾਓ, ਸਭ ਜਗ੍ਹਾ ਫੌਜੀ ਬੈਠੇ ਨੇ। ਉਹ ਦੇ ਆਰ ਬੀਇੰਗ ਐਕਸਪਲੋਇਟਡ। ਇੱਕ ਗੈਸਟਡ ਰੈਂਕ ਦੇ ਬੰਦੇ, ਗੈਸਟਡ ਕਲਾਸ 2 ਰੈਂਕ ਦੇ ਬੰਦੇ ਹੈ, ਸਾਡੇ ਸੂਬੇਦਾਰ ਹੈ, ਸੂਬੇਦਾਰ ਮੇਜਰ ਹੈ, ਆਨਰੇਰੀ ਕੈਪਟਨ ਨੇ, ਉਹ ਵਿਚਾਰਿਆਂ ਨੂੰ ਉੱਥੇ ਗੇਟਾਂ 'ਤੇ ਡਿਊਟੀ ਦੇ ਰਹੇ ਨੇ। ਇਹ ਕੋਈ ਕਦਰ ਹੈ? ਪਹਿਲਿਆਂ ਦੀ ਇੰਨੀ ਕੋਈ ਕਦਰ ਨਹੀਂ ਹੋ ਰਹੀ, ਬੇਕਦਰੀ ਹੋ ਰਹੀ ਹੈ। ਅਤੇ ਜਿਹੜੇ ਨਵੇਂ ਆਉਣਗੇ ਇਹ ਤਾਂ ਸਾਰੇ ਹੀ ਉਹ ਫਿਰ ਜਾਂ ਤਾਂ ਉਹ ਸ਼ਾਰਪ ਸ਼ੂਟਰ ਬਣਨਗੇ ਵੀ ਵਿਹਲੇ ਆ, ਚਲੋ ਜੀ ਸਾਨੂੰ ਕੋਈ ਕੰਮ ਦਿਓ, ਔਰ ਜਾਂ ਇਹਨਾਂ ਨੂੰ ਆਪਣੇ RSS ਦੇ ਬੰਦੇ ਟ੍ਰੇਨਡ ਕਰਨਗੇ। ਉਹ ਮੈਨੂੰ ਤਾਂ ਇਸ ਲਈ ਲੱਗ ਰਿਹਾ ਕਿਉਂਕਿ ਇਹ ਨੌਜਵਾਨ 4 ਸਾਲ ਲਈ ਕੋਈ ਜਾਣ ਨੂੰ ਤਿਆਰ ਨਹੀਂ ਹੈ, ਕਿਉਂਕਿ ਉਸ ਤੋਂ ਬਾਅਦ ਨਾ ਉਹ ਕਰਦਾ ਨਾ ਘਟਦਾ ਹੈ। ਸਰ, ਤੁਸੀਂ ਮੰਨਦੇ ਹੋ ਇਹ ਗੱਲ ਕਿ ਜਦੋਂ ਉਹ 4 ਸਾਲ ਬਾਅਦ ਵੈਪਨ ਦੀ ਟ੍ਰੇਨਿੰਗ ਲੈ ਕੇ ਵਾਪਸ ਆਉਣਗੇ
21 ਜਾਂ 23 ਸਾਲ ਦੀ ਉਮਰ ਦੇ ਵਿੱਚ ਤੇ ਉਹਨਾਂ ਨੂੰ ਕੋਈ ਅੱਗੇ ਜੌਬ ਨਹੀਂ ਮਿਲੇਗੀ ਤਾਂ ਲਾਜ਼ਮੀ ਹੈ ਕਿ ਹੋ ਸਕਦਾ ਘਰ ਦਾ ਖਰਚ ਚਲਾਉਣ ਵਾਸਤੇ ਉਹ ਗੈਂਗਿਜ਼ਮ ਖੜਾ ਕਰ ਲਵੇ, ਗੈਂਗਸਟਰ ਬਣ ਜਾਵੇ ਜਾਂ ਫਿਰ ਜੋ ਕ੍ਰਿਮੀਨਲ ਐਕਟੀਵਿਟੀਜ਼ ਹੈਗੀਆਂ ਉਹ ਜੁਆਇਨ ਕਰ ਲਵੇ ਸਾਰੀਆਂ। ਦੇਖੋ ਜੀ ਕੁਝ ਵੀ ਕਿਹਾ ਜਾ ਸਕਦਾ, ਹੁਣ ਵਿਹਲਾ ਬੰਦਾ, ਕਿਉਂਕਿ ਉਹਦੇ ਕੋਲ ਵੈਪਨ ਟ੍ਰੇਨਿੰਗ ਤਾਂ ਹੋਏਗੀ ਨਾ, ਇੱਕ ਟ੍ਰੇਨਿੰਗ ਤਾਂ ਹੋਏਗੀ ਉਹਦੇ ਕੋਲ। ਦੇਖੋ ਜੀ ਇਹ ਵਿਹਲਾ ਬੰਦਾ ਜਿਹੜਾ ਹੈ ਇਹ ਬਲਾਈਂਡ ਬੰਬ ਹੈ। ਉਹਨੂੰ ਕੋਈ ਕੰਮ ਨਹੀਂ, ਰੋਟੀ ਲਈ ਪੈਸਾ ਚਾਹੀਦਾ ਹੈ, ਘਰ ਦੇ ਪਰਿਵਾਰ ਆ ਉਹਦਾ, ਕੱਲ ਨੂੰ ਵਿਆਹ ਵੀ ਹੋ ਸਕਦਾ, ਉਹਦੇ ਮਾਂ ਪਿਓ ਬੁੱਢੇ ਨੇ, ਉਹ ਹੁਣ ਬੁੱਢੇ ਤੇ ਆਫਟਰ ਉਹਨਾਂ ਨੂੰ ਕੋਈ ਚਾਹੀਦਾ ਸਹਾਰਾ, ਕੋਈ ਉਹਨਾਂ ਦੀ ਸੇਵਾ ਕਰ ਸਕੇ, ਲੁੱਕ ਆਫਟਰ ਕਰ ਸਕੇ। ਹੁਣ ਬਿਨਾਂ ਸੇਵਾ ਤੋਂ ਤਾਂ ਕੁਝ ਨਹੀਂ ਹੁੰਦਾ। ਤੇ ਇਹ ਬੰਦੇ ਨੂੰ ਨੌਕਰੀ ਨਹੀਂ ਮਿਲੀ ਤੇ ਫਰਸਟ੍ਰੇਸ਼ਨ ਦੇ ਵਿੱਚ ਇਹੋ ਜਿਹੇ ਕੰਮ ਕਰਨੇ ਨੇ। ਉਹ ਚਲੋ ਜੀ ਕਿਰਾਏ ਤੇ ਆ ਜਾਓ ਜੀ, ਉਹ ਕੋਈ ਵੀ ਪੋਲੀਟੀਕਲ ਪਾਰਟੀ ਇਹਨਾਂ ਨੂੰ ਐਕਸਪਲੋਇਟ ਕਰੇਗੀ। ਉਹ ਜਿਵੇਂ ਐਜੀਟੇਸ਼ਨ ਕਰਨਾ ਹੈ ਜੀ, ਚਲੋ ਜੀ ਅਸੀਂ ਆ ਰਹੇ ਹਾਂ ਜੀ, ਸਾਰੇ ਇਕੱਠੇ ਕਰ ਲਓ। ਜਿਵੇਂ ਆ ਹੁਣ ਲੈ ਜਾਂਦੇ ਨੇ ਕਿਰਾਏ ਤੇ, ਉਹ ਉੱਥੇ ਟ੍ਰੇਨਾਂ ਨੂੰ ਅੱਗ ਲਾ ਦਿਓ ਜੀ, ਇੱਧਰ ਸਾੜ ਦਿਓ, ਉਹ ਸਾੜ ਦਿਓ, ਰੌਲਾ ਗੋਲਾ ਪਾਈ ਰੱਖੋ, ਆਪਣੀ ਗੱਲ ਮਨਾਉਣ ਲਈ ਕੁਛ ਵੀ ਕਰੋ। ਇਹ ਬੰਦੇ ਦੁਖੀ ਆ ਕੇ ਟ੍ਰੇਨਾਂ ਨੂੰ ਅੱਗ ਲਾਉਣ ਦੇ ਔਰ ਇਹੋ ਜਿਹਾ ਕੰਮ ਕਰਨ ਦੇ ਨੇ। ਫਰਸਟ੍ਰੇਸ਼ਨ ਹੈ ਬਿਕੋਜ਼ ਇਹਨਾਂ ਨੂੰ ਕੋਈ ਰਾਹ ਨਹੀਂ ਨਜ਼ਰ ਆ ਰਿਹਾ, ਕਰਾਂਗੇ ਕੀ ਅਸੀਂ। ਸਰ ਦੂਸਰੀ ਗੱਲ ਹੈਗੀ ਹੈ ਕਿ ਜਦੋਂ 17 ਸਾਲ ਦਾ ਜਿਹੜਾ ਬੱਚਾ ਹੈਗਾ, ਆਪਾਂ ਬੱਚੇ ਕਹਿ ਸਕਦੇ ਹਾਂ ਉਹਨੂੰ ਇਹਨਾਂ ਨੇ ਫੌਜ ਦੇ ਵਿੱਚ ਭਰਤੀ ਕਰਨਾ ਹੈ ਤਾਂ ਉਹ +2 ਤੱਕ ਮੈਕਸਿਮਮ ਆਪਾਂ 17 ਸਾਲ ਦੀ ਉਮਰ ਤੱਕ +2 ਦੀ ਪਾਸ ਕਰ ਸਕਦੇ ਹਾਂ। ਤੇ ਜਦੋਂ ਉਹ 4 ਸਾਲ ਦੀ ਨੌਕਰੀ ਕਰਕੇ ਆ ਜਾਏਗਾ ਤਾਂ ਜ਼ਰੂਰੀ ਨਹੀਂ ਕਿ ਉਹਨਾਂ ਵਿੱਚੋਂ ਬਾਕੀ ਬੰਦੇ ਆ ਕੇ ਅੱਗੇ BA ਦੀ ਡਿਗਰੀ ਕਰਨਗੇ, ਕਿਉਂਕਿ ਗ੍ਰੈਜੂਏਸ਼ਨ ਦੀ ਉਮਰ ਤਾਂ ਲੰਘ ਗਈ ਉਹਨਾਂ ਦੀ, ਤੇ ਜ਼ਰੂਰੀ ਨਹੀਂ ਉਹਦੇ ਵਿੱਚੋਂ ਕੁਝ ਬੰਦੇ ਕਰਨ ਵੀ। ਤੇ ਫਿਰ ਇਹ ਬੰਦੇ ਵਾਪਸ ਆ ਕੇ ਕਰਨਗੇ ਕੀ? ਦੇਖੋ ਜੀ ਵਾਪਸ ਆ ਕੇ ਦੁਬਾਰਾ ਸਟੱਡੀ ਸ਼ੁਰੂ ਕਰਨਾ, 4 ਸਾਲ ਸਟੱਡੀ ਜਿਹੜੀ ਟੁੱਟ ਜਾਂਦੀ ਹੈ, ਦੁਬਾਰਾ ਪੜ੍ਹਾਈ ਸ਼ੁਰੂ ਕਰਨਾ ਇਹ ਬਹੁਤ ਹੀ ਮੁਸ਼ਕਿਲ ਜਿਹਾ ਹੋ ਜਾਂਦਾ ਹੈ। ਕੋਈ ਟਾਵਾਂ ਕਰ ਸਕਦਾ ਹੈ, ਉਹ ਵੀ ਮਾਂ ਪਿਓ ਸਪੋਰਟ ਕਰਨਗੇ ਤੇ ਕੱਲ ਨੂੰ। ਸਰਕਾਰ ਦਾਅਵੇ ਕਰ ਰਹੀ ਹੈ ਕਿ ਵਾਪਸ ਆ ਕੇ ਇਹ ਜੌਬਸ ਕਰ ਸਕਦੇ ਨੇ, ਪਰ ਜੌਬ ਤਾਂ ਕਰੇਗਾ ਨਾ ਜੀ ਜੇ ਉਹ ਜ਼ਿਆਦਾ ਪੜ੍ਹਿਆ ਲਿਖਿਆ ਹੋਵੇਗਾ। +2 ਦੇ ਹਿਸਾਬ ਨਾਲ ਤਾਂ ਜਿਹੜੀਆਂ ਜੌਬਸ ਹੈਗੀਆਂ ਨੇ ਉਹ ਤਾਂ ਪਹਿਲਾਂ ਹੀ ਲਾਈਨਾਂ ਲੱਗੀਆਂ ਹੋਈਆਂ ਨੇ ਇੰਡੀਆ ਦੇ ਵਿੱਚ। ਤੁਸੀਂ ਦੇਖਿਆ ਹੋਣਾ ਭਰਤੀ ਲਈ ਚਪੜਾਸੀ ਦੀ ਭਰਤੀ ਜਿਹੜੀ ਕਿ ਮੈਟ੍ਰਿਕ ਕੁਆਲੀਫਿਕੇਸ਼ਨ ਮਸਾਂ ਮੰਗਦੇ ਨੇ, ਇੰਨੀਆਂ ਦੁਨੀਆ PhD ਤੱਕ ਉੱਥੇ ਲਾਈਨਾਂ ਲਾਏ ਹੁੰਦੇ ਨੇ ਮੁੰਡੇ। ਇੰਨੇ ਯੂਥ ਵਿਹਲਾ ਪਿਆ ਹੈ, ਉਹ ਨੌਕਰੀ ਲੱਭਣ ਦੇ ਆ, ਨੌਕਰੀ ਨਹੀਂ ਮਿਲ ਰਹੀ। ਇੰਡੀਆ ਦੇ ਵਿੱਚ ਨੌਕਰੀ ਲੱਭਣਾ ਇੱਕ ਬਹੁਤ ਵੱਡੀ ਪ੍ਰੋਬਲਮ ਬਣੀ ਪਈ ਹੈ। ਔਰ ਇਹ ਵਿਹਲੇ ਬੰਦੇ ਫਿਰ ਉਹਨਾਂ ਨੂੰ ਫਿਰ ਜਿਹੜੇ ਮਰਜ਼ੀ ਕੰਮੇ ਲਾ ਲਓ, ਐਕਸਪਲੋਇਟ ਕਰਨਗੇ ਪੋਲੀਟੀਸ਼ੀਅਨ ਨਹੀਂ। ਇਸ ਲਈ ਇਹ ਪੁੱਠੇ ਸਿੱਧੇ ਕੰਮ ਕਰ ਰਹੇ ਨੇ। ਹੁਣ ਦੇਖੋ ਪੁਰਾਣੇ ਜ਼ਮਾਨੇ ਦੇ ਜਿੰਨੇ ਮੰਤਰੀ ਨੇ ਪੰਜਾਬ ਦੇ, ਉਹ ਇਹੋ ਹੀ ਕਹਿੰਦੇ ਸੀ ਕਿ ਯੂਥ ਜਿਹੜਾ ਹੈ ਨਾ, ਇਹਨਾਂ ਨੂੰ ਮਾਤਰ ਭਾਸ਼ਾ ਸਿਖਾਓ ਜੀ, ਮਾਤਰ ਭਾਸ਼ਾ ਸਿਖਾਓ। ਆਪਣੇ ਬੱਚੇ ਇਹਨਾਂ ਦੇ ਕਨਵੈਂਟ ਪੜ੍ਹਦੇ ਨੇ, ਕੋਈ ਅਮਰੀਕਾ ਪੜ੍ਹਦਾ, ਕੋਈ ਇੰਗਲੈਂਡ ਪੜ੍ਹਦਾ, ਲੋਕਾਂ ਨੂੰ ਕਹਿਣਗੇ ਮਾਂ ਬੋਲੀ ਸਿੱਖੋ ਤਾਂ ਕਿ ਇਹ ਕੋਈ ਪੜ੍ਹ ਨਾ ਜਾਣ, ਇਹਨਾਂ ਨੂੰ ਇਸੇ ਕੰਮ ਹੀ ਰੱਖੋ। ਹੁਣ ਕੱਲ੍ਹ ਹਾਲਾਂਕਿ ਇੰਨੀ ਮੈਂ ਦੇਖ ਰਿਹਾ ਸਾਡੇ ਫੌਜੀਆਂ ਨੇ ਕੱਲ੍ਹ ਐਜੀਟੇਸ਼ਨ ਕਰਨਾ ਸੀ, ਕਿਉਂਕਿ ਬਾਕੀ ਸਭ ਜਗ੍ਹਾ ਹੋ ਰਹੇ, ਆਪਣੇ ਵੀ ਗੁੱਸਾ ਤਾਂ ਆਉਂਦਾ ਸਾਰਿਆਂ ਨੂੰ ਕਿ ਸਾਡਾ ਵੀ ਤਾਂ ਫਿਊਚਰ ਉਹਦੇ ਨਾਲ ਹੀ ਹੈ। ਅਤੇ ਐਕਸ ਸਰਵਿਸਮੈਨਾਂ ਨੇ ਨਾਲ ਸਪੋਰਟ ਕਰਨ ਲਈ ਆਪਣਾ ਉਹ ਅਨਾਊਂਸਮੈਂਟ ਕੀਤੀ ਹੈ ਕਿ ਅਸੀਂ ਤੁਹਾਡੇ ਨਾਲ ਹਾਂ, ਇਹ ਬਿਲਕੁਲ ਗੌਰਮੈਂਟ ਗਲਤ ਕਰ ਰਹੀ ਹੈ। ਉਹ ਕੱਲ੍ਹ ਉਹਨਾਂ ਨੇ ਕਰਨਾ ਸੀ ਇਹ ਆਪਣਾ ਐਜੀਟੇਸ਼ਨ, ਉਹਨੇ ਚਿਰ ਨੂੰ ਕਿਸਾਨਾਂ ਨੇ ਕਹਿਤਾ ਅਸੀਂ ਵੀ ਕਰ ਰਹੇ ਹਾਂ। ਉੱਧਰੋਂ ਬਾਅਦ ਥੋੜ੍ਹੀ ਦੇਰ ਪਤਾ ਲੱਗ ਗਿਆ ਕਿ ਯੂਥ ਵੀ ਕਰ ਰਿਹਾ। ਇਹਨੇ ਚਿਰ ਨੂੰ ਪੁਲਿਸ ਵਾਲੇ ਸੀਨੀਅਰ ਅਫਸਰ ਜਿਹੜੇ ਨੇ ਸਾਡੇ, ਜਿਹੜੇ ਪੰਜਾਬ ਦੇ ਅਲੱਗ-ਅਲੱਗ ਜਥੇਬੰਦੀਆਂ ਨੇ, ਉਹਨਾਂ ਦੇ ਪ੍ਰਧਾਨ ਨੇ, ਉਹਨਾਂ ਕੋਲ ਪਹੁੰਚ ਗਏ ਕਿ ਬਈ ਫੌਜੀਓ ਤੁਸੀਂ ਕੀ ਲੱਗੇ ਜੇ ਕਰਨ, ਆਹ ਦੂਜੇ ਲੋਕੀ ਆ ਜਾਣਗੇ ਤੇ ਗਦਰ ਮਚਾ ਦੇਣਗੇ, ਕੱਲ੍ਹ ਇੱਥੋਂ ਪੰਜਾਬ ਸਾੜ ਦੇਣਗੇ, ਅੱਧਾ ਅੱਗਾਂ ਲਾ ਦੇਣਗੇ, ਪੁੱਠੇ ਕੰਮ ਤੁਹਾਡੇ ਨਾਲ ਯੰਗਸਟਰ ਆ ਰਹੇ ਨੇ। ਜਦੋਂ ਫੌਜੀਆਂ ਨੂੰ ਪਤਾ ਲੱਗਾ ਵੀ ਇਹ ਤਾਂ ਨਾਂ ਤਾਂ ਸਾਡਾ ਹੋ ਜਾਣਾ ਔਰ ਪੁੱਠੇ ਸਿੱਧੇ ਕੰਮ ਇਹਨਾਂ ਲੋਕਾਂ ਨੇ ਕਰ ਜਾਣੇ ਨੇ ਔਰ ਬਦਨਾਮ ਭਗਵੰਤ ਮਾਨ ਹੋਣੇ ਨੇ ਵੀ ਇਹ ਸੰਭਾਲ ਨਹੀਂ ਪਾ ਰਹੇ। ਉਹ ਫੌਜੀਆਂ ਨੇ ਇਮੀਡੀਏਟਲੀ ਉਹ ਵਾਪਸ ਲੈ ਲਈ ਆਪਣੀ ਕਾਲ, ਕਹਿੰਦੇ ਠੀਕ ਹੈ ਅਸੀਂ ਨਹੀਂ ਕਰ ਰਹੇ, ਕੈਂਸਲ ਕਰੋ ਜੀ, ਸਾਡਾ ਪ੍ਰੋਗਰਾਮ ਕੈਂਸਲ, ਅਸੀਂ ਫਿਰ ਕਦੀ ਦੇਖਾਂਗੇ। ਬਟ ਅਸੀਂ ਇਹੋ ਜਿਹੀ ਉਹ ਪੁੱਠੀਆਂ ਕੰਮਾਂ ਦੇ ਅਸੀਂ ਭਾਗੀਦਾਰ ਨਹੀਂ ਬਣਨਾ। ਪ੍ਰਾਪਰਟੀ ਡੈਮੇਜ ਕਰੋ ਜੀ, ਅੱਗਾਂ ਲਾਓ ਜੀ, ਇਹ ਰੌਲਾ ਪਾਓ ਜੀ, ਇਹੋ ਹੀ ਸਾਡਾ ਕਲਚਰ ਰਹਿ ਗਿਆ। ਕਿਆ ਕੋਈ ਅਕਲ ਦਾ ਕੰਮ ਨਹੀਂ ਹੈ? ਮਤਲਬ ਸਾਡੇ ਲੋਕਾਂ ਨੂੰ ਮੌਕਾ ਦਿਓ, ਕੋਈ ਚਾਹੀਦਾ ਕੰਮ ਕਰਨ, ਪੜ੍ਹਿਆ ਲਿਖਿਆ ਕੰਮ ਕਰਨ। ਤੁਸੀਂ ਉਹਨਾਂ ਨੂੰ ਅਵੇਲੇਬਲ ਕਰ ਰਹੇ ਹੋ, ਆ ਜਾਓ ਜੀ ਕਿਰਾਏ 'ਤੇ ਇਕੱਠੇ ਹੋ ਕੇ ਆ ਜਾਓ ਸਾਰੇ। ਹੁਣ ਯੂਥ ਕੀ ਕਰਨ ਡਿਆ? ਆ ਪੰਜਾਬ ਯੂਨੀਵਰਸਿਟੀ ਦੇਖ ਲਓ, ਚੰਡੀਗੜ੍ਹ ਜਿਹੜੇ ਹੈ, ਅੱਧਾ ਪੰਜਾਬ ਜਿਹੜੇ ਯੂਥ ਹੈ ਉਹ ਸਟੱਡੀ ਵੀਜ਼ਾ 'ਤੇ ਚੰਡੀਗੜ੍ਹ ਫਿਰਦੇ ਨੇ।
ਇੱਥੇ ਹੀ ਅੱਧੀ ਉਮਰ ਲੰਘਾ ਦਿੰਦੇ ਨੇ। ਇੱਥੋਂ ਸਿੱਖਦੇ ਕੀ ਨੇ? ਅਸੀਂ ਜੀ ਯੰਗ ਨੇਤਾ ਬਣ ਰਹੇ ਹਾਂ ਜੀ, ਇੱਥੇ ਹੀ ਸਾਰਾ ਕੁਝ, ਇੱਥੋਂ ਹੀ ਯੰਗ ਨੇਤਾ ਬਣ ਕੇ, ਮਤਲਬ ਨੇਤਾ ਬਣੋ ਜੀ। ਇਹ ਹੁਣ ਪ੍ਰੋਫੈਸ਼ਨ ਨੇਤਾ ਰਹਿ ਗਏ ਜੀ, ਕਿਉਂਕਿ ਇਹਦੇ 'ਚ ਕਮਾਈ ਜ਼ਿਆਦਾ ਉਹਨਾਂ ਨੂੰ। ਨੌਕਰੀ ਕਿਉਂ ਕਰਾਂਗੇ ਜੀ? ਅਸੀਂ ਯੰਗ ਨੇਤਾ ਬਣਨੇ ਆ। ਮਤਲਬ ਆਹ ਹੁਣ ਸਾਡਾ ਕਲਚਰ ਹੈ। ਵੀ ਆਰ ਹੈਡਿੰਗ ਟੁਵਰਡ ਸੱਚ ਅ ਥਿੰਗ ਕਿ ਹੁਣ ਬਸ ਜੀ ਨੇਤਾ ਬਣੋ ਜੀ, ਕਿਉਂਕਿ ਹੋਰ ਕੋਈ ਕੰਮ ਨਜ਼ਰ ਨਹੀਂ ਆਉਂਦਾ। ਉਹ ਨਜ਼ਰ ਅਗਰ ਨਹੀਂ ਆਉਂਦਾ ਤਾਂ ਕਹਿੰਦੇ ਚਲੋ ਜੀ ਵਿਦੇਸ਼ ਨੂੰ ਦੌੜ ਜਾਓ, ਕੈਨੇਡਾ ਦੌੜ ਜਾਓ ਜੀ, ਅਮਰੀਕਾ ਦੌੜੋ ਜੀ, ਕੋਈ ਆਸਟ੍ਰੇਲੀਆ ਜਾ ਵੜੋ, ਬਸ ਅਸੀਂ ਤਾਂ ਇੱਥੇ ਕੰਮ ਨਹੀਂ ਕਰਨਾ। ਮਤਲਬ ਇਹੋ ਜਿਹੇ ਕੰਮ ਯੂਥ ਜਿਹੜਾ ਹੈ ਉਹਨੂੰ ਤੁਸੀਂ ਮੋਟੀਵੇਸ਼ਨ ਲੈਵਲ 'ਤੇ ਇੱਥੇ ਖਤਮ ਹੀ ਹੁੰਦਾ ਜਾ ਰਿਹਾ ਤਕਰੀਬਨ। ਸਰ ਇੱਕ ਇਸ ਭਰਤੀ ਦੇ ਵਿੱਚ ਮੈਂ ਹੋਰ ਚੀਜ਼ ਦੇਖਦਾ ਕਿ ਅੱਗੇ ਜਦੋਂ ਮਿਲਟਰੀ 'ਚ ਭਰਤੀ ਹੁੰਦੀ ਸੀ ਤਾਂ ਕਮਿਸ਼ਨਡ ਜਿਹੜਾ ਵਰਡ ਹੈ ਉਹ ਆਉਂਦਾ ਸੀਗਾ ਵੀ ਕਮਿਸ਼ਨਡ ਇਹ ਲੈਫਟੀਨੈਂਟ ਰੱਖਿਆ ਗਿਆ ਇਹਨਾਂ ਨੂੰ, ਜਾਂ ਸੈਕੰਡ ਲੈਫਟੀਨੈਂਟ ਰੱਖਿਆ ਗਿਆ, ਜਿੱਥੋਂ ਆਫਿਸਰਾਂ ਦੀ ਭਰਤੀ ਸ਼ੁਰੂ ਹੁੰਦੀ ਹੈ। ਪਰ ਜਿਹੜੀ ਇਹ ਨਵੀਂ ਰੱਖ ਰਹੇ ਨੇ 17 ਤੋਂ 21 ਸਾਲ ਵਾਲੀ, ਇਹਦੇ ਵਿੱਚ ਇਹੋ ਜਿਹਾ ਕੋਈ ਸ਼ਬਦ ਨਹੀਂ ਵਰਤਿਆ ਗਿਆ, ਕੁਆਲੀਫਿਕੇਸ਼ਨ ਵੀ ਘੱਟ ਹੈਗੀ ਹੈ। ਇਹਦਾ ਮਤਲਬ ਹੈਗਾ ਇਹਨਾਂ ਦੀ ਜਿਹੜੀ 6 ਮਹੀਨੇ ਦਾ ਟ੍ਰੇਨਿੰਗ ਪੀਰੀਅਡ ਵੀ ਘੱਟ ਹੈਗਾ ਤੁਹਾਡੇ ਹਿਸਾਬ ਨਾਲ, ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ। ਅਤੇ ਜ਼ਰੂਰੀ ਹੈ ਜੀ ਵੀ ਇਹਨਾਂ ਨੂੰ ਕੰਬੈਟ ਵਾਸਤੇ ਹੀ ਰੱਖਣਗੇ। ਹੋ ਸਕਦਾ ਕਿ ਫੌਜ ਦੇ ਜਿਹੜੇ ਦੂਸਰੇ ਕੰਮ ਹੈਗੇ ਨੇ ਜਿਵੇਂ ਟਰਾਂਸਪੋਰਟੇਸ਼ਨ ਹੋ ਗਈ ਜਾਂ ਹੋਰ ਸੇਵਾ ਸੰਭਾਲ ਦੇ ਜਿਹੜੇ ਕੰਮ ਹੈ ਵੀ ਉਹ ਵੀ ਦਿੱਤੇ ਜਾ ਸਕਦੇ ਨੇ, ਅਤੇ ਸਿਪਾਹੀ ਲੈਵਲ 'ਤੇ ਹੀ ਇਹਨਾਂ ਦੀ ਭਰਤੀ ਹੋਵੇਗੀ। ਦੇਖੋ ਜੀ, ਆਰਮੀ 'ਚ ਜਦੋਂ ਵੀ ਕੋਈ ਜੁਆਇਨ ਕਰਦਾ ਹੈ ਐਜ਼ ਏ ਸਿਪਾਹੀ ਹੀ ਜੁਆਇਨ ਕਰਦਾ ਹੈ, ਲੇਕਿਨ ਜਿਹੜੇ ਕਮਿਸ਼ਨਡ ਅਫਸਰ ਬਣਦੇ ਨੇ ਉਹਨਾਂ ਦੀ ਅਲੱਗ ਹੀ ਉਹਦਾ ਅਲੱਗ ਹੀ ਕ੍ਰਾਈਟੀਰੀਆਜ਼ ਨੇ, ਉਹਨਾਂ ਦੇ ਅਲੱਗ ਇੰਟਰਵਿਊ ਹੁੰਦੇ ਨੇ, ਉਹਨਾਂ ਦੀ ਅਲੱਗ ਉਹ ਟੈਸਟ ਹੁੰਦੇ ਨੇ, ਉਹ ਸਾਰੇ ਕੁਝ ਪਾਸ ਕਰਦੇ ਨੇ। ਉਹਨਾਂ ਦਾ ਲੈਵਲ ਹੀ ਬਿਲਕੁਲ ਜਿਵੇਂ IAS ਲੈਵਲ ਹੈ, ਇਸੇ ਤਰ੍ਹਾਂ ਹੀ ਆਰਮੀ 'ਚ ਹੁੰਦੇ ਨੇ ਕਮਿਸ਼ਨਡ ਅਫਸਰਸ। ਔਰ ਇਹਨਾਂ ਵਾਸਤੇ ਡਾਇਰੈਕਟ ਸਿੱਧਾ ਕੋਈ ਅਫਸਰ ਨਹੀਂ ਬਣਦਾ। ਇਹ ਹੁਣ ਜਵਾਨ ਆਉਣਗੇ ਭਰਤੀ, ਇਹ ਕੰਮ ਅੱਛਾ ਕਰਨਗੇ, ਉਹਨਾਂ ਨੂੰ ਨਾਇਕ ਬਣਾਇਆ ਜਾਏਗਾ, ਫਿਰ ਹੌਲਦਾਰ, ਫਿਰ ਨਾਇਬ ਸੂਬੇਦਾਰ, ਸੂਬੇਦਾਰ ਮੇਜਰ, ਆਨਰਰੀ ਕੈਪਟਨ ਤੱਕ 25-30 ਸਾਲਾਂ 'ਚ ਜਾ ਕੇ ਆਨਰਰੀ ਕੈਪਟਨ ਬਣਦੇ ਨੇ। ਅਤੇ ਇਹਨਾਂ ਨੂੰ ਕਹੋ ਜੀ ਕਮਿਸ਼ਨ ਅਫਸਰ ਅੱਜ ਤੋਂ ਹੀ ਸੋਚਣ ਲੱਗ ਜਾਣ, ਉਹਦੇ ਲਈ ਬੜੀ ਪੜ੍ਹਾਈ ਚਾਹੀਦੀ ਹੈ। ਬੇਸਿਕਲੀ ਜਿਹੜਾ ਯੂਥ ਇਸ ਲਾਈਨ ਦੇ ਵਿੱਚ ਆ ਰਿਹਾ ਹੈ, ਮੈਟ੍ਰਿਕ ਹੈ ਜਾਂ +2 ਹੈ ਮੈਕਸੀਮਮ ਈਵਨ, ਕਿਉਂਕਿ ਵੈਸੇ ਤਾਂ BA ਦੂਜੇ ਤੀਜੇ ਸਾਰੇ ਵਿਹਲੇ ਤੁਰੇ ਫਿਰਦੇ ਨੇ ਬਹੁਤੇ ਹੀ। ਤੁਸੀਂ ਇੱਕ ਨੌਕਰੀ ਕੱਢੋ, ਤੁਸੀਂ ਦੇਖੋ PhD ਤੱਕ ਦੀ ਲਾਈਨ ਲੱਗੀ ਹੁੰਦੀ ਹੈ। ਉਹ ਇਹੋ ਹੀ ਕ੍ਰਾਈਟੀਰੀਆ ਇਹਨਾਂ ਦਾ ਹੈ। ਹੁਣ ਸਾਰੇ ਅਫਸਰ ਤਾਂ ਬਣ ਨਹੀਂ ਸਕਦੇ। ਆਰਮੀ 'ਚ ਅਫਸਰ ਜਿਹੜੇ ਨੇ 1-2% ਹੁੰਦੇ ਨੇ ਬਸ ਆਰਮੀ 'ਚ, ਬਾਕੀ ਸਾਰੀ ਸੈਨਾ ਲੋਅਰ ਰੈਂਕ ਹੁੰਦੇ ਨੇ। ਅਫਸਰ ਹੋ ਗਏ, ਉਸ ਤੋਂ ਬਾਅਦ ਨੀਚੇ JCO ਆ ਜਾਂਦੇ ਨੇ, ਉਸ ਤੋਂ ਨੀਚੇ NCO ਜਵਾਨ ਆ ਜਾਂਦੇ ਨੇ। तो कोई दर्जा बदर्जा है जी, सीधा तो बनना जोड़ा है वो एडा आसान नहीं है। उन्होंने अफसर की ट्रेनिंग भी अलग होंगी, अलग अकैडमीज ने उन्होंने। हाँ जी, ਇਹਦਾ ਮਤਲਬ ਇਹ ਹੋਇਆ ਜੀ ਵੀ ਕਿ ਇਹਨਾਂ ਨੂੰ ਕੋਈ ਅਗਲਾ ਦਰਜਾ ਸ਼ਾਇਦ ਹੀ ਮਿਲੇਗਾ, ਕਿਉਂਕਿ ਜੇ ਆਪਾਂ ਪੁਲਿਸ ਡਿਪਾਰਟਮੈਂਟ ਦੇਖ ਲਈਏ ਜਾਂ ਮਿਲਟਰੀ ਦੇਖ ਲਈਏ, ਅੱਪਰ ਰੈਂਕ ਤੇ ਬੰਦਾ ਜਾਂਦਾ ਤਾਂ ਉਹਦੀ ਇੱਕ ਟ੍ਰੇਨਿੰਗ ਹੁੰਦੀ ਹੈ 5-6 ਮਹੀਨਿਆਂ ਦੀ, ਪਰੰਤੂ ਇਹਦਾ ਟੋਟਲ ਹੀ ਟ੍ਰੇਨਿੰਗ 6 ਮਹੀਨਿਆਂ ਦੀ ਹੈਗੀ ਹੈ। ਤੇ ਮੇਰਾ ਇੱਕ ਹੋਰ ਸਵਾਲ ਹੈਗਾ, ਸਰਕਾਰ ਦਾ ਆਪਣਾ ਤਰਕ ਹੈ ਸੋਈ ਸਾਹਿਬ ਕਿ ਖਰਚਾ ਘਟਾਉਣ ਵਾਸਤੇ ਇਹ ਇਸ ਤਰ੍ਹਾਂ ਦੀ ਭਰਤੀ ਕੀਤੀ ਜਾ ਰਹੀ ਹੈ ਫੌਜ ਦੇ ਵਿੱਚ, ਤਾਂ ਕਿ ਖਰਚਾ ਘਟਾ ਕੇ ਫੌਜ ਨੂੰ ਹਾਈਟੈਕ ਕੀਤਾ ਜਾ ਸਕੇ। ਦੇਖੋ ਜੀ, ਫੌਜ ਨੂੰ ਕਿੰਨਾ ਵੀ ਹਾਈਟੈਕ ਕਰ ਲਓ, ਖਰਚਾ ਘਟਾਓ। ਇਹ ਜਿੱਦਣ ਤੁਸੀਂ ਡਿਫੈਂਸ ਦੇ ਉੱਤੇ ਇੱਕ ਪੈਸਾ ਜਿਹੜਾ ਅੱਜ ਤੁਸੀਂ ਬਚਾ ਰਹੇ ਹੋ ਨਾ, ਇਹ ਕੱਲ੍ਹ ਨੂੰ ਤੁਹਾਨੂੰ ਆਪਣੇ ਨੱਕ ਦੇ ਥਰੂ ਪੇ ਕਰਨਾ ਪੈਣਾ ਜਦੋਂ ਕਿਤੇ ਲੋੜ ਪੈ ਗਈ। ਤੇ ਕੱਲ੍ਹ ਨੂੰ ਕਿਤੇ ਵੀ ਪੰਗਾ ਸ਼ੁਰੂ ਹੋ ਜਾਂਦਾ ਹੈ, ਮੰਨ ਲਓ ਕਿਸੇ ਨਾਲ ਵੀ ਹੋ ਗਿਆ, ਤੁਹਾਡੇ ਕੋਲ ਟ੍ਰੇਨਡ ਮੈਨ ਪਾਵਰ ਹੋਣੀ ਚਾਹੀਦੀ, ਇਮੀਡੀਏਟਲੀ ਅਵੇਲੇਬਲ ਔਨ ਦਾ ਬਾਰਡਰ। ਤੁਸੀਂ ਕਹੋ ਜੀ ਇਹਨਾਂ ਨੂੰ ਬੁਲਾ ਲਾਂਗੇ ਅਸੀਂ ਕੱਲ੍ਹ ਨੂੰ, ਜਿਹੜੇ ਪਹਿਲੇ ਹੀ ਅੱਧੇ ਸੋਲਜਰ ਬਣੇ ਹੀ ਨਹੀਂ, ਤੇ ਉਹਨਾਂ ਨੂੰ ਕੀ ਬੁਲਾ ਲਓਗੇ ਤੁਸੀਂ? ਉਹ ਦੂਜਾ ਜਿਹੜੇ ਸਾਡੇ ਰਿਜ਼ਰਵ ਨੇ, ਉਹ ਵੀ ਉਹਨਾਂ ਦਾ ਏਜ ਲੈਵਲ ਅਪ ਚਲਾ ਜਾਂਦਾ ਹੈ। ਆਰਮੀ 'ਚ ਤਾਂ ਯੂਥ ਚਾਹੀਦੇ ਨੇ। ਯੂਥ ਦਾ ਮਤਲਬ ਇਹ ਨਹੀਂ ਕਿ ਕਿਰਾਏ ਦੇ 4 ਸਾਲ ਲਈ ਰੱਖੋ ਅਤੇ ਫਿਰ ਕੱਢੋ, 4 ਸਾਲ ਲਈ ਰੱਖੋ ਅਤੇ ਫਿਰ ਕੱਢੋ। ਇਹ ਯੂਥ ਦਾ ਕੁਛ ਨਹੀਂ ਹੈਗਾ। ਯੂਥ ਜਿਹੜਾ ਦੈਟ ਹੈਜ਼ ਟੂ ਬੀ ਟ੍ਰੇਨਡ। 6-7 ਸਾਲਾਂ ਤੋਂ ਬਾਅਦ ਤੇ ਇਹਨਾਂ ਨੂੰ ਪਹਿਲਾ ਪ੍ਰਮੋਸ਼ਨ ਜਿਹੜਾ ਹੈ ਉਹ ਮਿਲਣ ਦੀ ਉਮੀਦ ਬਣਦੀ ਹੈ। ਉਹ ਵੀ ਕੰਪੀਟੀਸ਼ਨ 'ਚ ਹੁੰਦਾ ਹੈ। ਹਾਂ, ਜਿਹੜਾ ਉਹਨਾਂ 'ਚ ਸਾਰਿਆਂ ਤੋਂ ਚੰਗਾ, ਅੱਛਾ, ਹੁਸ਼ਿਆਰ ਹੈ, ਉਹ ਪਹਿਲਾ ਦਰਜਾ ਮਿਲਦਾ, ਨਾਇਕ, ਫਿਰ ਹੌਲਦਾਰ, ਫਿਰ ਇਹ ਦਰਜਾ ਫਿਰ ਤਾਂ ਚੱਲਦੇ ਨੇ। ਤਾਂ ਉਹਨਾਂ ਦੀ ਟ੍ਰੇਨਿੰਗ ਲੈਵਲ ਔਰ ਸਾਰਾ ਕੁਝ ਜਿਹੜਾ ਹੈ
ਆਰਮੀ ਬਾਰਡਰ ਤੇ ਤਿਆਰ ਇਮੀਡੀਏਟਲੀ ਹੋਣੀ ਬੜੀ ਜ਼ਰੂਰੀ ਹੈ। ਇਹ ਖਰਚਾ ਜਿਹੜਾ ਘਟਾਉਣ ਵਾਲੀ ਗੱਲ ਹੈ ਨਾ, ਉਹ ਤੇ ਬਣੀਆਂਗਿਰੀ ਦੀ ਤੁਸੀਂ ਇੱਥੇ ਹੀ ਦਫ਼ਤਰਾਂ 'ਚ ਬਹਿ ਕੇ ਗੱਲਾਂ ਕਰੀ ਜਾਓ। ਦੇਖੋ ਇੱਕ ਮੈਂ ਤੁਹਾਨੂੰ ਮੋਟੀ ਜਿਹੀ ਐਗਜ਼ਾਮਪਲ ਦੇਣਾ। ਹੁਣ ਆਪਣੇ ਜਿਹੜੇ ਸਕੂਲ ਨੇ, ਕਿਤੇ 50% ਟੀਚਰ ਨੇ, ਕਿਤੇ 40% ਨੇ, ਇਹ ਖਰਚਾ ਬਚਾ ਰਹੇ ਨੇ। ਖਰਚਾ ਬਚਾਉਣ ਨਾਲ ਸਾਡੇ ਅਨਪੜ੍ਹ ਪੜ੍ਹੇ ਲਿਖੇ ਵੀ ਅਨਪੜ੍ਹ ਵਰਗ ਨੇ, ਅੱਧੇ ਲੋਕੀ ਕਲਾਸਾਂ ਪੂਰੀਆਂ ਪੜ੍ਹਾਉਣਗੇ ਨਹੀਂ। ਦੂਜੀ ਗੱਲ ਮੈਡੀਕਲ 'ਚ ਲੈ ਲਓ, ਹੌਸਪੀਟਲ ਪੂਰੇ ਨਹੀਂ ਹੈਗੇ ਜਿਨ੍ਹਾਂ ਨੇ ਪ੍ਰਾਈਵੇਟ ਬਣਾਏ ਨੇ। ਪ੍ਰਾਈਵੇਟਾਂ 'ਚ ਇਹ ਸਾਰੇ ਜਿੰਨੇ ਵੀ ਇਹ ਹੈਗੇ ਨੇ ਆਪਣੇ ਪੋਲੀਟੀਸ਼ੀਅਨ, ਉਹਨਾਂ ਦਾ ਹਿੱਸਾ ਹੈ, ਕਿਉਂਕਿ ਇਹਨਾਂ ਕੋਲ ਪੈਸਾ ਬੜਾ ਹੈ, ਅੰਨਾ ਪੈਸਾ ਹੈ। ਔਰ ਇਹ ਸਾਰੇ ਕਾਰੋਬਾਰ ਇਸ ਲਈ ਸਰਕਾਰੀ ਜਿਹੜੇ ਸਕੂਲ ਨੇ, ਸਰਕਾਰੀ ਜਿਹੜੇ ਹੌਸਪੀਟਲ ਨੇ, ਇਹਨਾਂ ਨੂੰ ਜ਼ਿਆਦਾ ਉਹ ਪਰਵਾਹ ਨਹੀਂ ਕਰਦੇ। ਡਾਕਟਰ 50% ਕਿਰੇ ਹੁੰਦੇ ਨੇ, ਕਿਰੇ ਜ਼ਿਆਦਾ ਤੋਂ ਜ਼ਿਆਦਾ 60% ਹੋ ਜਾਂਦੇ ਨੇ। ਹੁਣ ਡਾਕਟਰ ਪੂਰੇ ਹੋਣਗੇ, ਸਾਰਿਆਂ ਤਰ੍ਹਾਂ ਦੀਆਂ ਸਹੂਲਤਾਂ ਹੋਣਗੀਆਂ ਤੇ ਤੁਹਾਨੂੰ ਅੱਛੀ ਟਰੀਟਮੈਂਟ ਮਿਲ ਸਕੇਗੀ। ਨਹੀਂ ਤੁਸੀਂ ਤਾਂ ਸਾਰਿਆਂ ਨੂੰ ਕਹਿਣਾ ਵੀ ਪ੍ਰਾਈਵੇਟ ਨੂੰ ਦੌੜੋ। ਔਰ ਇਹ ਜਾਣ ਕੇ ਇਹੋ ਜਿਹਾ ਕੰਮ ਰੱਖਦੇ ਨੇ ਪੋਲੀਟੀਸ਼ੀਅਨ, ਤਾਂ ਕਿ ਪ੍ਰਾਈਵੇਟ ਸਾਡੇ ਨੌਕਰੀ ਉੱਥੇ। ਹੁਣ ਤੁਸੀਂ ਇੱਕ ਵਾਰੀ ਵੀ ਐਡਮਿਟ ਹੋ ਜਾਓ, ਉਹ ਤੁਹਾਡਾ ਲੱਖਾਂ ਦਾ ਬਿੱਲ ਬਣਦਾ ਮਿੰਟਾਂ 'ਚ। ਇਹ ਕਿਉਂ ਬਣਦਾ? ਤੁਹਾਡਾ ਸਰਕਾਰੀ ਹੌਸਪੀਟਲ ਕਿਉਂ ਨਹੀਂ ਉੱਥੇ ਪੂਰੇ ਕਿਉਂ ਨਹੀਂ ਰੱਖਦੇ? ਇਹ ਪੈਸਾ ਬਚਾਉਣ ਦੇ ਵਿੱਚ ਹੀ ਸਾਰੇ ਲੋਕਾਂ ਨੂੰ ਮਰਵਾਉਣ ਰਹੇ ਨੇ। ਕਿਉਂਕਿ ਪੈਸਾ ਕਾਹਦੇ ਲਈ ਚਾਹੀਦਾ? ਇਹਨਾਂ ਨੂੰ ਚਾਹੀਦਾ। ਕਾਹਦੇ ਲਈ? ਸਕੀਮਾਂ ਬਣਾਉਣ ਲਈ। ਸਕੀਮਾਂ ਕਿੰਨੀਆਂ ਬਣਦੀਆਂ ਨੇ, ਕਿੰਨੇ % ਪੈਸਾ ਸਕੀਮਾਂ 'ਚ ਰਹਿੰਦਾ, ਕਿੰਨਾ ਪੈਸਾ ਇੱਧਰ ਉੱਧਰ ਹੋ ਜਾਂਦਾ ਇਨ ਬਿਟਵੀਨ। ਆ ਪੁਰਾਣੇ ਜ਼ਮਾਨੇ 'ਚ ਜਿਹੜੇ ਕਾਂਗਰਸ ਖੁਦ ਕਹਿੰਦੀ ਹੁੰਦੀ ਸੀ, ਰਾਜੀਵ ਗਾਂਧੀ ਤੱਕ ਨੇ ਕਿਹਾ ਕਿ ਅਸੀਂ ਅਗਰ ਸਰਕਾਰ ਦਾ ਸੈਂਟਰ 'ਚੋਂ 1 ਰੁਪਈਆ ਤੁਰਦਾ ਹੈ ਤੇ ਥੱਲੇ ਗਰਾਊਂਡ ਲੈਵਲ ਜਿੱਥੇ ਕੰਮ ਹੋ ਰਿਹਾ ਹੈ, ਉੱਥੇ 80-85 ਪੈਸੇ ਨਾ 15-20 % ਮਸਾਂ ਹੀ ਪਹੁੰਚਦੇ ਨੇ। ਬਾਕੀ 80-85 ਰਸਤੇ 'ਚ ਹੀ ਲੋਕੀ ਖਾ ਜਾਂਦੇ ਨੇ। ਤੇ ਕੀ ਇਹ ਲੋਕੀ ਖਾਣ ਪੀਣ ਲਈ ਜੰਮੇ ਨੇ? ਦੇਸ਼ ਦਾ ਕੁਝ ਨਹੀਂ ਕਰਨਗੇ। ਸਾਡਾ ਉੱਥੇ ਹੀ ਬੇੜਾ ਗਰਕ ਹੋ ਰਿਹਾ। ਇਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਕਿ ਪੈਸਾ ਡਿਫੈਂਸ ਤੋਂ ਬਚਾਓ। ਅਰੇ ਹੋਰ ਤੇ ਕਿਹੜੀ ਜਗ੍ਹਾ ਵੀ ਪੈਸਾ ਤੁਹਾਡਾ ਅਗਰ ਬਚਾ ਲਿਆ, ਤੁਸੀਂ ਕੁਝ ਹੋ ਗਿਆ ਹੈ ਤਾਂ ਸਭ ਜਗ੍ਹਾ ਕਵਰ ਅਪ ਹੋ ਜਾਏਗਾ। ਹੁਣ ਕਰੋਨਾ ਆਇਆ ਸੀ, ਲੱਖਾਂ ਲੋਕੀ ਮਰ ਮੁਰ ਗਏ ਨੇ, ਇਹਨਾਂ ਕਿਹਾ ਹਾਂ ਕੋਈ ਗੱਲ ਨਹੀਂ, ਗੰਗਾ 'ਚ ਚਲੇ ਗਏ ਜੀ, ਗੱਲ ਛੱਡੋ। ਉਹਨਾਂ ਨੂੰ ਮੁਆਵਜ਼ਾ ਤੱਕ ਨਹੀਂ ਦਿੱਤਾ ਇਹਨਾਂ ਨੇ। ਔਰ ਇਸੇ ਤਰ੍ਹਾਂ ਹੀ ਹੁਣ ਤੁਸੀਂ ਦੇਖੋ, ਡਿਫੈਂਸ 'ਤੇ ਅਗਰ ਖਰਚਾ ਬਚਾਉਣਗੇ, ਕੱਲ੍ਹ ਨੂੰ ਚਾਈਨਾ ਨੇ ਕੋਈ ਕਿਸੇ ਨੇ ਵੀ ਅਟੈਕ ਕਰ ਦਿੱਤਾ, ਤੁਸੀਂ ਐਗਜ਼ਾਮਪਲ ਦੇਖ ਲਓ ਛੋਟੀ ਜਿਹੀ। ਕਸ਼ਮੀਰ ਪੰਡਿਤ ਨੇ ਤੁਹਾਡੇ, ਉੱਥੇ ਉਹ ਵਿਚਾਰੇ ਇਨਸਿਕਿਉਰ ਫੀਲ ਕਰਕੇ ਉਹ ਦੌੜ ਆਏ ਨੇ ਉੱਥੋਂ ਅੱਧੇ, ਕਿਉਂਕਿ ਉਹ ਰੋਜ਼ ਉੱਥੇ ਮਰਨ ਰਹੇ ਨੇ। ਕੋਈ ਨਾ ਕੋਈ ਇਹਨਾਂ ਨੂੰ ਮਾਰ ਜਾਂਦਾ ਆ ਕੇ, ਕਿਉਂਕਿ ਉੱਥੇ ਪੂਰੀ ਸਿਕਿਉਰਿਟੀ ਦਾ ਅਰੇਂਜਮੈਂਟ ਨਹੀਂ ਹੋ ਰਹੇ। ਟਰੂਪਸ ਘੱਟ ਨੇ, ਬਾਰਡਰ 'ਤੇ ਘੱਟ ਨੇ, ਉੱਥੇ ਘੱਟ ਨੇ। ਇਹਦਾ ਖਮਿਆਜਾ ਤਾਂ ਭੁਗਤਣਾ ਪੈ ਗਿਆ ਨਾ। ਤੁਸੀਂ ਆਪਣੇ ਕੰਟਰੀ ਦੇ ਵਿੱਚ ਤੁਸੀਂ ਆਪਣੇ ਲੋਕਾਂ ਨੂੰ ਸਿਕਿਉਰ ਨਹੀਂ ਰੱਖ ਸਕਦੇ, ਸਿਰਫ ਇਸੇ ਲਈ ਕਿ ਤੁਸੀਂ ਪੈਸਾ ਬਚਾਉਣਾ ਹੈ। ਇਹਦੇ ਨਾਲ ਹੀ ਜੁੜਿਆ ਹੋਇਆ ਸੋਈ ਸਾਹਿਬ ਇੱਕ ਹੋਰ ਸਵਾਲ ਹੈਗਾ ਕਿ ਜਿਹੜੇ ਪੋਲੀਟੀਸ਼ੀਅਨ ਹੈਗੇ ਆ, ਉਹਨਾਂ ਨੂੰ ਪੈਨਸ਼ਨ ਦਿੱਤੀ ਹੈਗੀ ਹੈ, ਜਿਹੜੇ ਚਾਹੇ ਇੱਕ ਵਾਰ MLA ਬਣਿਆ ਚਾਹੇ MP ਬਣਿਆ ਹੈਗਾ, ਅਤੇ ਪੈਨਸ਼ਨ ਵੀ ਬਹੁਤ ਮੋਟੀ ਹੈਗੀ ਹੈ। ਕਹਿੰਦੇ ਜੀ ਗੁਜ਼ਾਰੇ ਭੱਤੇ ਵਾਸਤੇ, ਇਹਨਾਂ ਨੂੰ ਇਲਾਜ ਵਾਸਤੇ, ਰੋਟੀ ਵਾਸਤੇ ਅਸੀਂ ਪੈਨਸ਼ਨ ਦੇ ਰਹੇ ਹਾਂ। ਜਿਹੜਾ ਬੰਦਾ ਦੇਸ਼ ਵਾਸਤੇ ਜਾਨ ਦੇ ਰਿਹਾ, ਉਹਦੀ ਤਾਂ ਤਨਖਾਹ ਵੀ 30,000 ਹੈ ਜੀ। ਜਿਹੜਾ ਇੱਕ ਵਾਰੀ MLA ਬਣਿਆ, ਜਿਹਦੀ ਜਾਨ ਨੂੰ ਕੋਈ ਖਤਰਾ ਨਹੀਂ ਹੈਗਾ ਮੁੜ ਕੇ, ਅਤੇ ਨਾ ਉਹਨੇ ਬਾਰਡਰ 'ਤੇ ਜਾ ਕੇ ਲੜਨਾ, ਉਹਨੂੰ ਪੈਨਸ਼ਨ ਵੀ 75,000 ਦੇ ਕਰੀਬ ਹੈਗੀ ਹੈ। ਕਿਵੇਂ ਦੇਖਦੇ ਹੋ? ਦੇਖੋ ਜੀ, ਉਹ ਪੰਜਾਬੀ 'ਚ ਕਹਾਵਤ ਹੈ, ਆਪੇ ਮੈਂ ਰੱਜੀ ਪੁੱਜੀ ਆਪੀ ਮੇਰੇ ਬੱਚੇ ਜੀਨ, ਘਰ ਦੀ ਗੱਡੀ ਗੰਡਾ ਸਿੰਘ ਆਏ। ਵੀ ਜਿਵੇਂ ਮਰਜ਼ੀ ਕਰੀ ਜਾਓ, ਤੁਸੀਂ ਮਾਲਕ ਹੋ, ਤੁਸੀਂ ਫੈਸਲੇ ਜੋ ਮਰਜ਼ੀ ਕਰੀ ਜਾਓ। ਆ ਹੁਣ ਇਹੋ ਹੀ ਫੈਸਲਾ ਹੈ ਨਾ ਇਹਨਾਂ ਦੇ ਕੀਤਾ ਹੈ ਕਿ 4 ਸਾਲ ਲਈ ਭਰਤੀ ਕਰੋ। ਅਰੇ ਬਈ ਤੁਸੀਂ 4 ਸਾਲ ਲਈ ਮਿਲਟਰੀ ਕੰਪਲਸਰੀ ਟ੍ਰੇਨਿੰਗ ਕਿਉਂ ਨਹੀਂ ਕਰ ਦਿੰਦੇ ਸਾਰੇ ਲੋਕਾਂ ਲਈ? ਹਰ ਸਿਵਲੀਅਨ ਜਿਹੜਾ ਹੈ 4 ਸਾਲ ਲਈ, ਹੁਣ ਅਮਰੀਕਾ, ਬਹੁਤ ਸਾਰੇ ਕੰਟਰੀ ਦੇ ਵਿੱਚ ਯੂਰੋਪੀਅਨ, ਉਹਨਾਂ 'ਚ ਹਰ ਸਿਵਲੀਅਨ ਜਿਹੜਾ ਹੈ 4 ਸਾਲ ਲਈ ਉਹਨੂੰ ਫੌਜ 'ਚ ਨੌਕਰੀ ਕਰਨੀ ਹੁੰਦੀ ਹੈ ਡਿਫੈਂਸ 'ਤੇ। ਉਹਨੂੰ ਡਿਸਿਪਲਿਨ ਆ ਜਾਂਦਾ ਹੈ, ਕਈ ਚੀਜ਼ਾਂ ਅਕਾਊਂਟੇਬਿਲਟੀ। ਇਹਨਾਂ ਨੂੰ ਡਿਸਿਪਲਿਨ ਅਕਾਊਂਟੇਬਿਲਟੀ ਸਵਾਹ ਇਹਨਾਂ ਦੀ ਇੱਕ ਪੈਸੇ ਦੀ ਨਹੀਂ ਹੈਗੀ ਜ਼ਿੰਮੇਵਾਰੀ। ਤਨਖਾਹਾਂ ਜਿੰਨੀਆਂ ਮਰਜ਼ੀ ਲਈ ਜਾਓ, ਪੈਨਸ਼ਨ ਜਿੰਨੀਆਂ ਮਰਜ਼ੀ ਇਕੱਠੀਆਂ ਕਰੀ ਜਾਓ, ਜ਼ਿੰਮੇਵਾਰੀ ਇੱਕ ਪੈਸੇ ਦੀ ਨਹੀਂ। ਕਿਸੇ ਕੁਝ ਵੀ ਹੋ ਜਾਏ ਕੋਈ ਜ਼ਿੰਮੇਵਾਰੀ ਨਹੀਂ। ਅਕਾਊਂਟੇਬਲ ਕੌਣ ਹੈ ਜੀ? ਅਕਾਊਂਟੇਬਲ ਕੌਣ ਹੈ ਇਹਨਾਂ ਕੰਮਾਂ ਲਈ? ਕੋਈ ਵੀ ਨਹੀਂ। ਰੱਬ ਦੇ ਆਸਰੇ ਚੱਲਣ ਦੇ ਦੇਸ਼ ਦਾ ਪੈਸਾ ਲੁੱਟਿਆ ਜਾ ਰਿਹਾ। ਉਹ ਜੋ ਵੀ ਹੋ ਰਿਹਾ, ਦੇਖੋ ਹੁਣ ਤੁਹਾਡੇ ਸਾਹਮਣੇ ਜੋ ਵੀ ਹੋ ਰਿਹਾ,
ਹਸਪੀਟਲਾਂ 'ਚ, ਸਕੂਲਾਂ 'ਚ। ਔਰ ਇਸ ਤਰ੍ਹਾਂ ਹੁਣ ਤੁਸੀਂ ਕਹੋ ਜੀ ਡਿਫੈਂਸ 'ਤੇ ਵੀ ਇਹੀ ਪੈਸਾ ਬਚਾਉਣ ਡਏ ਨੇ। ਹਰ ਸਾਲ ਬਜਟ ਨੀਚੇ ਜਾ ਰਿਹਾ ਸਾਡਾ। ਔਰ ਉਸ ਤੋਂ ਬਾਅਦ ਦੇਖੋ ਇਹ ਇੱਕ ਇੱਕ ਪੈਸਾ ਤੁਹਾਨੂੰ, ਜਿਵੇਂ ਇੱਕ ਕਹਾਵਤ ਹੈ ਸਾਡੇ ਆਰਮੀ ਦੇ ਵਿੱਚ ਕਿ ਤੁਸੀਂ ਪੀਸ ਟਾਈਮ ਦੇ ਵਿੱਚ ਜਿੰਨਾ ਪਸੀਨਾ ਬਹਾ ਲਓਗੇ, ਲੜਾਈ ਟਾਈਮ 'ਚ ਉਹਨਾਂ ਤੁਹਾਡਾ ਖੂਨ ਬਚੇਗਾ ਡੁੱਲਣ ਤੋਂ। ਇਸੇ ਤਰ੍ਹਾਂ ਹੀ ਅੱਜ ਵੀ ਤੁਸੀਂ ਜਿਹੜਾ ਇੱਕ ਇੱਕ ਪੈਸਾ ਬਚਾ ਰਹੇ ਹੋ ਡਿਫੈਂਸ ਤੋਂ, ਇਹਦਾ ਕੱਲ੍ਹ ਨੂੰ ਮਲਟੀਪਲਾਈ ਕਰਕੇ ਪਤਾ ਨਹੀਂ ਕਿੰਨੇ, ਹਾਂ ਕਿੰਨੇ ਗੁਣਾ ਇਹਨਾਂ ਨੂੰ ਜਿਵੇਂ ਦੇਣਾ ਪੈਣਾ, ਤਾਂ ਵੀ ਨਹੀਂ ਜਾਨ ਛੁੱਟਣੀ। ਚਾਈਨਾ ਨੇ ਮੰਨ ਲਓ ਜਿਵੇਂ ਲਾਸਟ ਟਾਈਮ 62 'ਚ ਮਿਸਾਮਾਰੀ ਤੋਂ ਅੱਗੇ ਆ ਗਏ ਸੀ, ਗੁਹਾਟੀ ਦੇ ਨੇੜੇ ਤੱਕ ਪਹੁੰਚ ਚਲੇ ਸੀ, ਉਹਨਾਂ ਨੂੰ ਕੋਈ ਰੋਕਦਾ ਹੀ ਪਿਆ। ਹੁਣ ਇੱਧਰੋਂ ਤੁਰ ਪਏ ਚਾਈਨਾ। ਅਗਰ ਦੇਖੋ ਡਿਫੈਂਸ ਤੁਹਾਡਾ ਇੱਕ ਆਖਰੀ ਵੈਪਨ ਹੈ ਦੇਸ਼ ਦੇ ਕੋਲ। ਡਿਫੈਂਸ ਇੱਕ ਆਖਰੀ ਵੈਪਨ ਹੈ। ਇਹ ਦੇਸ਼ ਦੀ ਪਹਿਲੀ ਜ਼ਿੰਮੇਵਾਰੀ ਹੈ ਕਿ ਆਖਰੀ ਜਿਹੜਾ ਵੈਪਨ ਹੈ ਨਾ, ਕਿ ਇਹ ਨਾ ਟੁੱਟ ਜਾਏ ਸਾਡਾ, ਇਹਨੂੰ ਤਗੜਾ ਕਰਕੇ ਰੱਖੋ। ਅਗਰ ਮੰਨ ਲਓ ਇੱਕ ਜਗ੍ਹਾ ਵੀ ਬਾਰਡਰ 'ਤੇ ਤੁਸੀਂ ਹਾਰ ਗਏ ਹੋ, ਇੱਕ ਫਾਟਕ ਖੁੱਲ੍ਹ ਗਿਆ ਤੁਹਾਡੇ ਲਈ, ਉਹ ਸਿੱਧੇ ਉੱਥੋਂ ਦਿੱਲੀ ਤੱਕ ਕੋਈ ਇਹਨਾਂ ਨੂੰ ਰੋਕਣ ਵਾਲਾ ਨਹੀਂ। ਮਾਈਕਲ ਲਾਲ ਰਾਹ 'ਚ ਕੌਣ ਰੋਕੇਗਾ? ਤੁਸੀਂ ਇਹਦਾ ਖਮਿਆਜਾ ਸਮਝ ਰਹੇ ਹੋ। ਸੋ ਸਰ ਤੁਸੀਂ ਮਤਲਬ ਕੀ ਇਹਦੇ ਤੇ ਤੁਹਾਡਾ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ ਕੀ ਦੇਣਾ ਚਾਹੁੰਦੇ ਹੋ ਸਲਾਹ, ਇਹਦੀ ਰਾਏ ਕੀ ਹੈਗੀ ਹੈ ਤੁਹਾਡੀ? ਆਖਰੀ ਸਵਾਲ ਹੈ ਮੇਰਾ। ਦੇਖੋ ਜੀ ਅਸਲੀ ਗੱਲ ਤੇ ਤੁਸੀਂ ਹੁਣ ਬੋਲੀ ਹੈ। ਇਹ ਜਿਹੜੇ ਫੌਜ ਦੇ ਜਿਹੜੇ ਕੰਮ ਨੇ, ਇਹਦੇ ਫੈਸਲੇ ਜਿਹੜੇ ਨੇ, ਇਹ ਸਾਰੇ ਸਿਵਲੀਅਨ ਲੈ ਰਹੇ ਨੇ, ਜਿਨ੍ਹਾਂ ਨੂੰ ਫੌਜ ਦੇ ਬਾਰੇ ਕੱਖ ਪਤਾ ਨਹੀਂ। ਕਿਸ ਭਾਅ ਵਿਕਦੀ ਹੈ, ਸਮਝ ਗਏ ਪੰਜਾਬੀ ਗਏ, ਕਿਸ ਭਾਅ ਵਿਕਦੀ ਹੈ ਫੌਜੀਆਂ ਨਾਲ, ਇਹ ਫੌਜੀਆਂ ਨੂੰ ਪਤਾ ਹੈ। ਹੁਣ ਇਹ ਫੈਸਲਾ ਲੈਣਗੇ ਕਿ ਦੇਸ਼ ਦੇ ਵਿੱਚ, ਹੁਣ ਆ 4 ਸਾਲ ਵਾਲਾ ਫੈਸਲਾ ਲਿਆ ਇਹਨਾਂ ਨੇ, ਮਤਲਬ ਹਰ ਗੱਲ ਦਾ ਇੰਨਾ ਮਿੱਧ ਕੱਢਦੇ ਹੋ, ਜਲੂਸ ਕੱਢਦੇ ਹੋ। ਹੁਣ ਕੋਈ ਜਵਾਨ ਤੱਕ, ਹੁਣ ਜਵਾਨ ਵਿਚਾਰਾ ਸਭ ਤੋਂ ਨੀਚਾ ਲੈਵਲ ਤੁਸੀਂ ਜਵਾਨ ਹੀ ਨੂੰ ਮੰਨਦੇ ਹੋ ਨਾ। ਹੁਣ ਜਵਾਨ ਵੀ ਮੰਨਣ ਨੂੰ ਤਿਆਰ ਨਹੀਂ ਹੈ ਕਿ ਦੇਖੋ ਜੀ ਇਹ ਸਾਡੇ ਲਈ ਸਕੀਮ ਜਿਹੜੀ ਹੈ ਇਹ ਬਹੁਤ ਹੀ ਗਲਤ ਹੈ, ਗੌਰਮੈਂਟ ਨਜਾਇਜ਼ ਕਰ ਰਹੀ ਹੈ, ਇਹ ਗੌਰਮੈਂਟ ਸਾਨੂੰ ਨੌਕਰੀ ਦੇਣੀ ਚਾਹੀਦੀ ਹੈ। ਉਲਟਾ ਸਾਡਾ ਉੱਲੂ ਬਣਾ ਰਹੇ ਨੇ। ਹੁਣ ਅਸੀਂ ਕੱਲ੍ਹ ਨੂੰ ਚਲੇ ਜਾਵਾਂਗੇ, ਨਾ ਕਰਦੇ ਨਾ ਘਾਟਦੇ, ਆ ਕੇ ਉਹੀ ਫਿਰਾਂਗੇ ਇੱਥੇ। ਔਰ ਉਹ ਵੈਸੇ ਪੰਜਾਬੀ 'ਚ ਤਾਂ ਕਈ ਸਲੈਂਗ ਨੇ ਇਹੋ ਜਿਹੇ ਕੰਮਾਂ ਲਈ। ਹੁਣ ਫੌਜੀ ਉਹਨੂੰ ਕਿਸੇ ਨੌਕਰੀ ਨਹੀਂ ਦੇਣੀ, ਇਹ ਕਹਿਣਾ ਜੀ ਇਹ ਸਿਕਿਉਰਿਟੀ ਗਾਰਡ ਲਈ ਫਿੱਟ ਹੈ, ਚਾਹੇ ਉਹ ਕਿੰਨਾ ਵੀ ਕੁਆਲੀਫਾਈਡ। ਹੁਣ ਆਰਮੀ 'ਚ ਮੈਂ ਤੁਹਾਨੂੰ, ਨਹੀਂ ਤਾਂ ਲੰਬਾ ਹੋ ਜਾਂਦਾ ਬਹੁਤ, ਆਰਮੀ ਵਾਲੇ ਜਿਹੜੇ ਨੇ ਡਿਫੈਂਸ ਵਾਲੇ, ਇੱਕ ਸੂਈ ਤੋਂ ਲੈ ਕੇ ਰੌਕਟ, ਮਿਜ਼ਾਈਲ, ਹਵਾਈ ਜਹਾਜ਼, ਇੰਨਾ ਕੁਝ ਹੈਂਡਲ ਕਰਦੇ ਨੇ, ਇਲੈਕਟ੍ਰੋਨਿਕਸ ਪੂਰਾ। ਕਿਤੇ ਬਿਜਲੀ ਫੇਲ ਹੋ ਜਾਏ, ਹੜਤਾਲ ਹੋ ਜਾਏ, ਫੌਜ ਨੂੰ ਬੁਲਾ ਲਓ। ਰੇਲਵੇ ਫੇਲ ਹੋ ਜਾਏ, ਹੜਤਾਲ 'ਤੇ ਚਲੀ ਗਈ, ਫੌਜ ਨੂੰ ਬੁਲਾ ਲਓ। ਇਹਦਾ ਮਤਲਬ ਫੌਜ ਇਜ਼ ਵੈਰੀ ਹਾਈਲੀ ਟ੍ਰੇਨਡ ਕੁਆਲੀਫਾਈਡ ਪੀਪਲ। ਸਮਝ ਕੇ ਰਹੇ ਨਾ। ਕਿਤੇ ਵੀ ਹੁਣ ਸਿਵਲ ਐਡਮਿਨਿਸਟ੍ਰੇਸ਼ਨ ਫੇਲ ਹੋ ਜਾਏ, ਆਰਮੀ ਨੂੰ ਬੁਲਾ ਲਓ। ਇੰਨੀ ਜ਼ਿਆਦਾ ਤਨਖਾਹ ਸਾਰਾ ਕੁਝ ਲੈਂਦੇ ਹੋਏ ਇਹ ਫੇਲ ਹੋ ਜਾਣਗੇ। ਔਰ ਜਿਨ੍ਹਾਂ ਨੂੰ ਗਿਣੀ ਮਿਣੀ ਜੇ ਤਨਖਾਹ ਔਰ ਡਿਊਟੀ ਇਹ ਉਹ ਸਾਰਾ ਕਰਨ ਤੋਂ ਬਾਅਦ ਉਹ ਅਲਟੀਮੇਟਲੀ ਜ਼ਿੰਮੇਵਾਰ ਹੋਣਗੇ। ਜਿੱਥੇ ਵੀ ਕੰਮ ਰੁਕ ਜਾਂਦਾ ਦੇਸ਼ ਦਾ, ਇਹਨਾਂ ਨੂੰ ਲਾ ਦਿਓ ਜੀ। ਕਿਉਂ ਲਾ ਦਿਓ? ਕਿਉਂਕਿ ਦੇ ਆਰ ਰਿਲਾਇਬਲ ਪੀਪਲ। ਇਹ ਨਹੀਂ ਫੇਲ ਹੋ ਸਕਦੇ। ਅਗਰ ਇਹ ਵੀ ਫੇਲ ਹੋ ਗਈ ਆਰਮੀ, ਦਿਸ ਇਜ਼ ਦ ਲਾਸਟ ਵੈਪਨ ਵਿਦ ਦ ਗੌਰਮੈਂਟ, ਆਰਮੀ ਵੀ ਫੇਲ ਹੋ ਗਈ ਤਾਂ ਉਸ ਤੋਂ ਬਾਅਦ ਕੀ ਆਨਸਰ ਹੈ ਤੁਹਾਡੇ ਕੋਲ? ਜਵਾਬ ਕੁਛ ਨਹੀਂ। ਦਿੱਲੀ ਤੱਕ ਭੱਜੇ ਹੋਣਗੇ ਦਗੜ ਦਗੜ ਕਰਕੇ। ਕੱਲ੍ਹ ਨੂੰ ਪਾਕਿਸਤਾਨ ਲੈ ਲਓ, ਚਾਈਨਾ, ਕੋਈ ਵੀ ਲੈ ਲਓ। ਸੋ ਡਿਫੈਂਸ ਹੈਜ਼ ਟੂ ਬੀ ਦ ਸਟਰੋਂਗੈਸਟ। ਔਰ ਇਹ ਆਲੇ ਦੁਆਲੇ ਜਿੰਨੇ ਮੁਲਕ ਨੇ, ਆਪਣੇ ਨੇਤਾ ਕਿਸੇ ਮੁਲਕ ਨਾਲੋਂ ਕੁਛ ਵੀ ਨਹੀਂ ਸਿੱਖਦੇ। ਕੰਮ ਚਲਾਓ, ਵੈਪਨ ਖਰੀਦ ਕੇ ਲੈ ਆਉਣਗੇ, ਚਲੋ ਬਈ ਕੰਮ ਚਲਾਈ ਰੱਖੋ ਜੀ, ਕੰਮ ਚੱਲਦਾ ਰਹਿਣਾ ਚਾਹੀਦਾ। ਐਂਡ ਵੀ ਹੈਵ ਟੂ ਫਾਈਟ ਵਿਦ ਦੀ ਇੰਟਰਨੈਸ਼ਨਲ ਐਨਮੀ। ਇੰਟਰਨੈਸ਼ਨਲ, ਇਹ ਨਹੀਂ ਕਿ ਸਾਡਾ ਕੋਈ ਲੋਕਲ ਇੱਥੇ ਜਿਹਦੇ ਨਾਲ ਸਾਡਾ ਮੁਕਾਬਲਾ ਹੈ ਕੋਈ। ਇੰਟਰਨੈਸ਼ਨਲ ਐਨਮੀ ਹੋਣਗੇ ਤੁਹਾਡੇ, ਹਾਈਲੀ ਕੁਆਲੀਫਾਈਡ ਟੌਪ ਜੋ ਵੀ ਹੈ। ਯੂ ਹੈਵ ਟੂ ਹੈਵ ਏ ਅਪਰ ਹੈਂਡ। ਲੜਾਈ ਜੋ ਤੁਸੀਂ ਮਾਰ ਖਾ ਗਏ ਤਾਂ ਉਹ ਤੋਂ ਬਾਅਦ ਕੋਈ ਗੌਰਮੈਂਟ ਕੋਲ ਬਚਾਓ ਹੈ ਹੀ ਨਹੀਂ ਹੈ। ਸੋ ਇਹ ਸਨ ਕਰਨਲ SS ਸੋਈ, ਜਿਨ੍ਹਾਂ ਨੇ 2 ਗੱਲਾਂ ਬਹੁਤ ਵੱਡੀਆਂ ਕਹੀਆਂ ਨੇ ਕਿ ਤੁਹਾਡਾ ਜਿਹੜਾ ਡਿਫੈਂਸ ਹੈਗਾ ਦੈਟ ਸ਼ੁੱਡ ਬੀ ਸਟਰੋਂਗੈਸਟ।
ਸਟਰੋਂਗ ਨਹੀਂ ਹੋਣਾ ਚਾਹੀਦਾ, ਸਟਰੋਂਗੈਸਟ ਹੋਣਾ ਚਾਹੀਦਾ, ਕਿਉਂਕਿ ਕਿਸੇ ਵੀ ਦੇਸ਼ ਦਾ ਸਭ ਤੋਂ ਪਹਿਲਾ ਕੰਮ ਹੁੰਦਾ ਆਪਣੇ ਲੋਕਾਂ ਦੀ, ਆਪਣੀ ਸਰਜ਼ਮੀਨ ਦੀ, ਆਪਣੀਆਂ ਸਰਹੱਦਾਂ ਦੀ ਰਾਖੀ ਕਰਨਾ। ਅਗਰ ਉੱਥੇ ਖੜੇ ਜਿਹੜੇ ਲੋਕ ਹੈਗੇ ਨੇ ਉਹਨਾਂ ਦੇ ਫੈਸਲੇ ਦੂਸਰੇ ਲੋਕ ਕਰਨਗੇ, ਨਾਨ ਸਿਵਿਲੀਅਨ ਹੈ ਜਿਹੜੇ ਸਿਵਿਲੀਅਨ ਹੈਗੇ ਨੇ ਉਹ ਫੈਸਲੇ ਕਰਨਗੇ, ਤੇ ਜਿਹੜੇ ਜਿਨ੍ਹਾਂ ਨੇ ਫੌਜ ਦੀਆਂ ਸੇਵਾਵਾਂ ਨਿਭਾਈਆਂ ਨੇ ਉਹਨਾਂ ਤੋਂ ਕੋਈ ਸਲਾਹ ਨਹੀਂ ਲਿੱਤੀ ਜਾਵੇਗੀ, ਤੇ ਉਸ ਤੋਂ ਬਿਨਾਂ ਹੀ ਸਕੀਮਾਂ ਤਿਆਰ ਕੀਤੀਆਂ ਜਾਣਗੀਆਂ। ਜਿਹੜੇ ਲੋਕ ਦੇਸ਼ ਦੀ ਰੱਖਿਆ ਕਰਨ ਵਾਸਤੇ ਸਰਹੱਦਾਂ ਤੇ ਖੜਦੇ ਨੇ ਉਹ ਲੋਕਾਂ ਦਾ ਮਨੋਬਲ ਹੀ ਘੱਟ ਹੋਵੇਗਾ, ਉਹਨਾਂ ਨੂੰ ਆਪਣੇ ਪਰਿਵਾਰ ਦੀ ਚਿੰਤਾ ਹੋਵੇਗੀ, ਉਹਨਾਂ ਦੀ ਜੇਬ 'ਚ ਪੈਸੇ ਪੂਰੇ ਨਹੀਂ ਹੋਣਗੇ, ਜਾਂ ਉਹਨਾਂ ਨੂੰ ਅੱਗੇ ਆਪਣਾ ਕੋਈ ਫਿਊਚਰ ਨਹੀਂ ਦਿਖੇਗਾ, ਤਾਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕੌਣ ਕਰੇਗਾ। ਸੋ ਉਹਨਾਂ ਨੇ ਬਹੁਤ ਵੱਡੀ ਗੱਲ ਕਹੀ ਹੈ ਕਿ ਜਿਹੜੇ ਪੋਲੀਟੀਕਲ ਲੋਕ ਹੈਗੇ ਨੇ ਉਹੀ ਆਪਣੇ ਫੈਸਲੇ ਲੈ ਰਹੇ ਨੇ, ਆਪਣੇ ਹਿਸਾਬ ਨਾਲ ਸਕੀਮਾਂ ਬਣਾ ਰਹੇ ਨੇ, ਤੇ ਜਿਹੜਾ ਬਜਟ ਹੈਗਾ ਉਹਨੂੰ ਘੱਟ ਕੀਤਾ ਜਾ ਰਿਹਾ, ਜਦੋਂ ਕਿ ਇਹ ਬਜਟ ਘੱਟ ਨਹੀਂ ਹੋਣਾ ਚਾਹੀਦਾ। ਫੌਜ ਵਾਸਤੇ ਕਿਹਾ ਜਾਂਦਾ ਹੈ ਕਿ ਜੋ ਅਮਰੀਕਾ ਹੈ ਉਹ ਆਪਣੇ ਟੋਟਲ ਬਜਟ ਦਾ 4% ਫੌਜ ਦੇ ਉੱਤੇ ਖਰਚਦਾ ਹੈ, ਪਰੰਤੂ ਜੋ ਇੰਡੀਆ ਹੈਗਾ ਉਹ 2% ਖਰਚਦਾ ਹੈ। ਇਸ ਵਕਤ ਇੰਡੀਅਨ ਗੌਰਮੈਂਟ ਦਾ ਜਿਹੜਾ ਖਰਚਾ ਹੈਗਾ ਉਹ 5.5 ਲੱਖ ਕਰੋੜ ਰੁਪਏ ਦੇ ਕਰੀਬ ਹੈ, ਜਿਹਦੇ ਵਿੱਚੋਂ 2.5 ਲੱਖ ਕਰੋੜ ਰੁਪਈਆ ਪੈਨਸ਼ਨਾਂ ਤੇ ਤਨਖਾਹਾਂ ਦੇ ਵਿੱਚ ਚਲਾ ਜਾਂਦਾ ਹੈ। ਸੋ ਜੋ ਸਰਕਾਰ ਹੈਗੀ ਹੈ ਉਹਦਾ ਇੱਕ ਆਪਣਾ ਤਰਕ ਹੈਗਾ ਕਿ ਅਸੀਂ ਲੋਕ ਇਹਦੀ ਜੋ ਫੌਜੀ ਹੈਗੇ ਨੇ ਇਹ ਅਗਨੀਵੀਰ ਹੈ, ਜਿਵੇਂ ਇਹ ਜਿਹੜੀਆਂ ਸਕੀਮਸ ਹੈਗੀਆਂ ਇਹਨਾਂ ਨੂੰ ਲਿਆ ਕੇ ਤੇ ਫੌਜ ਦੇ ਵਿੱਚ ਜੋ ਭਰਤੀ ਹੈਗੀ ਆ ਉਹਨੂੰ ਘਟਾ ਕੇ ਅਸੀਂ ਫੌਜ ਨੂੰ ਹਾਈਟੈਕ ਕਰਨਾ ਚਾਹੁੰਦੇ ਹਾਂ, ਤਾਂ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਵਧੀਆ ਢੰਗ ਨਾਲ ਹੋ ਸਕੇ। ਪਰੰਤੂ ਜੋ ਫੌਜੀ ਹੈਗੇ ਨੇ ਉਹਨਾਂ ਨੂੰ ਇੱਕ ਮਨੋਬਲ ਚਾਹੀਦਾ ਹੈਗਾ, ਜਦੋਂ ਕੱਲ੍ਹ ਨੂੰ ਇਹ 4 ਸਾਲ ਦੀ ਟ੍ਰੇਨਿੰਗ ਤੋਂ ਬਾਅਦ ਵਾਪਸ ਆਉਣਗੇ ਤਾਂ ਇਹਨਾਂ ਦੀ ਜੋ ਕੁਆਲੀਫਿਕੇਸ਼ਨ ਹੈਗੀ ਆ ਉਹ +2 ਹੋਏਗੀ, ਅੱਗੇ ਨੌਕਰੀ ਨਹੀਂ ਮਿਲੇਗੀ, ਤਾਂ ਹੋ ਸਕਦਾ ਹੈ ਕਿ ਇਹ ਲੋਕ ਨਾਨ ਕ੍ਰਿਮੀਨਲ ਜਿਹੜੇ ਕ੍ਰਿਮੀਨਲ ਐਕਟੀਵਿਟੀਜ਼ ਹੈਗੀਆਂ ਉਹਨਾਂ ਦੇ ਵਿੱਚ ਚਲੇ ਜਾਣ ਪੈਸਾ ਕਮਾਉਣ ਵਾਸਤੇ, ਕਿਉਂਕਿ ਜਿਸ ਤਰ੍ਹਾਂ ਸਰਕਾਰਾਂ ਫੇਲ ਹੁੰਦੀਆਂ ਜਾ ਰਹੀਆਂ ਨੇ ਹਰ ਫਰੰਟ ਦੇ ਉੱਤੇ, ਤਾਂ ਸਰਕਾਰ ਨੂੰ ਇਸ ਦੇ ਬਾਰੇ ਕੁਛ ਨਾ ਕੁਛ ਜ਼ਰੂਰ ਸੋਚਣਾ ਚਾਹੀਦਾ ਹੈ। ਕੈਮਰਾਮੈਨ ਦੀਪਕ ਦੇ ਨਾਲ ਸੁਸ਼ੀਲ ਗਰਚਾ, ਦੈਨਿਕ ਸਵੇਰਾ, ਮੋਹਾਲੀ। ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ 'ਚ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਦੀ ਗਾਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋਹਣੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ। ਬਾਬਾ ਯਾਮੀਨ ਬੰਗਾਲੀ 9643503221।